ਅੱਜ ਦੀ ਕਲਾਸ ਕਰਦੇ ਆਪਾਂ ਸਟਾਰਟ ਸਟਰਕਚਰ ਆਫ HIV ਵਾਇਰਸ ਸਟਰਕਚਰ ਐਂਡ ਪੈਥੋਜੈਨਿਸਿਟੀ। ਇਹਦੇ ਚ ਆਪਾਂ ਡਿਸਕਸ ਕਰਾਂਗੇ ਸਟਰਕਚਰ HIV ਵਾਇਰਸ ਦੀ। ਅੱਜ ਆਪਾਂ ਨੂੰ ਦੇ ਰੱਖਿਆ ਹੈ ਇਹ ਵਾਲਾ ਹੈ HIV ਵਾਇਰਸ। ਆਪਾਂ ਨੂੰ ਦੇਖਦੇ ਹਾਂ ਇਹ ਰਿਟਰੋਵਾਇਰਸ ਜਿਹੜਾ ਹੈ HIV ਵਾਇਰਸ ਨੂੰ ਰਿਟਰੋਵਾਇਰਸ ਦੀ ਹੀ ਇੱਕ ਕੈਟਾਗਰੀ ਹੈ ਔਰ ਇਹਦੇ ਦੋ ਆਇਡੈਂਟੀਕਲ ਕੀ ਹੈਗੇ ਆ ਦੋ ਆਇਡੈਂਟੀਕਲੀ RNA ਔਰ ਉੱਪਰ ਕੀ ਪਿਆ ਹੋਇਆ ਪ੍ਰੋਟੀਏਜ਼ ਦਾ ਕੰਮ ਕੀ ਆ RNA ਤੋਂ ਪ੍ਰੋਟੀਨ ਨੂੰ ਬਣਵਾਉਣਾ। ਤਾਂ ਨੈਕਸਟ ਆਪਣੇ ਕੋਲ ਇਹ ਸਿੰਗਲ ਸਟੈਂਡਰਡ ਦੇਖੋ ਸਿੰਗਲ ਸਟੈਂਡ ਹੀ ਹੈ, ਡਬਲ ਸਟੈਂਡ ਹੋਏਗਾ ਜਿੱਦਾਂ DNA ਇਸ ਤਰ੍ਹਾਂ ਜੋ ਡਬਲ ਚੱਲਦਾ ਹੋਏ ਇਹ ਹੁੰਦੇ ਡਬਲ ਸਟੈਂਡ ਵਾਲੇ, ਲੇਕਿਨ ਇਹ ਕੀ ਹੈ ਸਿੰਗਲ ਸਟੈਂਡ ਹੀ ਹੈ, ਇੱਕ ਸਿੰਗਲ ਥ੍ਰੈਡ ਦੀ ਤਰ੍ਹਾਂ ਹੀ ਹੈ ਔਰ ਦੋਨੋਂ ਕਿੰਨੇ ਹੈਗੇ ਆ ਦੋ, ਇਸ ਲਈ ਕਹਿ ਦਿੱਤਾ ਇੱਥੇ ਆਪਣੇ ਕੋਲ ਦੋ ਆਇਡੈਂਟੀਕਲ ਮੋਲੀਕਿਊਲ SSRNA। एंजाइम है रिवर्स ट्रांसक्रिप्टेज प्रोटीज एंड इंटीग्रेज इन सेंटर ऑफ कोर। एंजाइम पे ਹੋਏ ਜਿਹੜੀ ਆ ਕੋਰ ਹੈ ਇਹ ਕੋਰ ਪ੍ਰੋਟੀਨ ਦੀ ਬਣੀ ਹੋਈ ਹੈ, ਇਸ ਦੇ ਵਿੱਚ RNA ਪ੍ਰੋਟੀਏਜ਼ ਰਿਵਰਸ ਟ੍ਰਾਂਸਕ੍ਰਿਪਟੇਜ਼ ਐਂਜਾइम। ਮੈਂ ਦੱਸਦਾ ਹਾਂ ਪ੍ਰੋਟੀਏਜ਼ ਦਾ ਕੰਮ ਹੈ RNA ਤੋਂ ਪ੍ਰੋਟੀਨ ਬਣਾਉਣਾ ਔਰ ਜਿਹੜੇ ਰਿਵਰਸ ਟ੍ਰਾਂਸਕ੍ਰਿਪਟੇਜ਼ ਹੈ ਇਸ ਦਾ ਕੰਮ ਹੈ RNA ਤੋਂ DNA ਨੂੰ ਬਣਾਉਣਾ। RNA ਤੋਂ DNA ਬਣੇਗਾ ਕਿਹੜੇ ਵਾਲਾ एंजाइम करवाएगा रिवर्स ट्रांसक्रिप्टेज, और जो RNA ਤੋਂ प्रोटीन बनवाएगा ਇਸ ਦਾ ਕੰਮ ਕੀ ਹੈ प्रोटीज ਦਾ RNA ਤੋਂ प्रोटीन ਨੂੰ ਬਣਾਉਣਾ और इंटीग्रेज ਦਾ ਕੰਮ ਹੈ ਜੋੜਨਾ, DNA ਨੂੰ ਜੋੜਨ ਦਾ ਕੰਮ ਕਰੇਗਾ। DNA ਨੂੰ ਜਿੱਦਾਂ ਛੋਟੇ ਛੋਟੇ ਜਿਹੜੇ ਹੋਣਗੇ ਇਸ ਦੇ ਫ੍ਰੈਗਮੈਂਟਸ ਉਸ ਨੂੰ ਜੋੜਨ ਵਾਸਤੇ ਕਿਹੜੇ ਵਾਲਾ ਹੈਗਾ ਇੰਟੀਗ੍ਰੇਜ਼, ਇਸਦਾ ਕੰਮ ਹੈ DNA ਨੂੰ ਜੋੜਨਾ। ਤਾਂ ਹੁਣ RNA ਆਪਣੇ ਹਿਸਾਬ ਨਾਲ DNA ਦੀ ਕਾਪੀਜ਼ ਬਣਵਾਏਗਾ ਔਰ DNA ਤੋਂ ਫਿਰ ਕੀ ਹੋਏਗਾ DNA ਤੋਂ ਬਾਅਦ ਵਿੱਚ ਫਿਰ ਤੋਂ RNA ਫਾਰਮ ਕਰਵਾਏਗਾ। RNA ਤੋਂ ਡਾਇਰੈਕਟ RNA ਨਹੀਂ ਬਣੇਗਾ, RNA ਤੋਂ ਰਿਵਰਸ ਟ੍ਰਾਂਸਕ੍ਰਿਪਟੇਜ਼ ਦੇ ਜ਼ਰੀਏ ਬਣੇਗਾ DNA ਤੋਂ ਫਿਰ ਕਿਹੜੇ ਵਾਲਾ ਬਣੇਗਾ RNA। ਜਿਹੜੇ RNA ਹੋਏਗਾ ਇਹ ਇੱਕ ਤਰ੍ਹਾਂ ਦੀ HIV ਵਾਇਰਸ ਵਾਲਾ ਹੀ ਹੋਏਗਾ। ਦੇਖੋ RNA ਸੀ ਸਿੰਗਲ ਸਟੈਂਡ RNA DNA ਬਣਿਆ, DNA ਤੋਂ ਫਿਰ ਤੋਂ ਕੀ ਬਣਾਏਗਾ ਸਿੰਗਲ ਸਟੈਂਡ RNA और RNA ਤੋਂ ਫਿਰ ਕੀ ਬਣੇਗੀ ਅੱਗੇ ਪ੍ਰੋਟੀਨ ਬਣਨੀ ਸ਼ੁਰੂ ਹੋ ਜਾਏਗੀ। और प्रोटीन कितना बनेगी वायरस अपने जो उसको नीड है जिस प्रोटीन की उस तरह की प्रोटीन फॉर्म करवाएगा SRNA। ये सारा प्रोसैस बनता जाएगा। देखो RNA ने DNA तो DNA कन्वर्ट होया ये कितने सारा चलेगा, ये सारा प्रोसैस चलेगा होस्ट सैल ਦੇ ਵਿੱਚ। ਹੋਸਟ ਸੈਲ ਜਿਸ ਵੀ ਹਿਊਮਨ ਤੇ ਅਟੈਕ ਕਰਿਆ ਇਹ ਹੋਸਟ ਸੈਲ ਦੇ ਵਿੱਚ ਸਭ ਕੁਝ ਚੱਲੇਗਾ। ਜਦੋਂ ਇੱਕ ਵਾਰੀ ਹੋਸਟ ਸੈਲ ਦੇ ਵਿੱਚ ਐਂਟਰ ਕਰ ਗਿਆ ਤਾਂ ਇਹ ਸਾਰਾ ਕੁਝ ਉਸ ਹੋਸਟ ਸੈਲ ਤੋਂ ਹੀ ਕਰਵਾਏਗਾ ਸਾਰੀ ਚੀਜ਼। ਹੋਸਟ ਸੈਲ ਦੀ ਲੋਕੇਸ਼ਨ ਹੋਏਗੀ ਹੋਸਟ ਸੈਲ। ਤਾਂ ਹੁਣ ਦੇਖਦੇ ਹਾਂ RNA ਆਪਾਂ ਡਿਸਕਸ ਕਰ ਲਿਆ, ਜਿਹੜੇ ਵਾਲੇ ਐਂਜਾਈਮ ਹੈਗੇ ਉਹ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ। ਨੈਕਸਟ ਆਪਾਂ ਗੱਲ ਕਰਦੇ ਜੋ ਇਸ ਦੇ ਬਾਹਰ ਵਾਲੀਆਂ ਕਵਰਿੰਗ ਔਰ ਇਨਰ ਕਵਰਿੰਗ ਹੈ। ਇਸ ਦੇ ਇਨਰ ਕੋਰ ਜਿਹੜੀ ਹੈਗੀ ਪ੍ਰੋਟੀਨ ਇੱਕ ਹੈ ਆਪਣੇ ਕੋਲ P24, ਆਹ ਵਾਲੀ ਜਿਹੜੀ ਹੈਗੀ ਕੋਰ ਇਹ P24 ਦੀ ਹੈ ਔਰ ਇਸ ਤੋਂ ਬਾਹਰ ਇੱਕ ਹੋਰ ਪ੍ਰੋਟੀਨ ਦੀ ਕੋਟ ਹੈ, ਇਹ ਵਾਲੀ ਕਿਹੜੀ ਹੈਗੀ P17 ਵਾਲੀ। ਹੋ ਸਕਦੇ P17 ਪ੍ਰੋਟੀਨ ਜਾਂ P24 ਇਹ ਕਿਹੜੀਆਂ ਹੈਗੀਆਂ ਇਹਦੇ 'ਚ ਪ੍ਰੋਟੀਨਸ ਹੈਗੀਆਂ। ਔਰ ਨੈਕਸਟ ਹੈ ਇਹਦੇ ਕੋਲ ਗਲਾਈਕੋਪ੍ਰੋਟੀਨ ਹੈ, ਆਹ ਜੋ ਆਪਣੇ ਕੋਲ ਦੇ ਰੱਖੀਆਂ ਆਹ ਪ੍ਰੋਟੀਨਸ ਹੈਗੀਆਂ, ਆਹ ਜਿਹੜੀ ਲੇਅਰ ਦੇ ਰੱਖੀ ਹੈ ਇਹ ਕਿਹਦੀ ਹੈਗੀ ਹੈ ਇਹ ਫਰਦਰ ਗਲਾਈਕੋਪ੍ਰੋਟੀਨਸ ਹੈਗੀਆਂ ਇਹਦੇ 'ਚ। ਜੋ ਆ ਦੇਖੋ ਆਹ ਲਿਪਿਡ ਬਾਈਲੇਅਰ ਹੋ ਗਈ, ਇਸ ਇਹਦੇ ਕੋਲ ਇਨਵੋਲਵ ਹੋਏਗਾ ਲਿਪੋਪ੍ਰੋਟੀਨ ਦਾ। ਉਹ ਲਿਪੋਪ੍ਰੋਟੀਨ ਇਹਨੇ ਡਰਾਈਵ ਕਿੱਥੋਂ ਕਰੀ ਹੈ, ਜਿਹੜਾ ਹੋਸਟ ਸੈਲ ਹੈ ਜਿਸ ਤੇ ਇਸਨੇ ਅਟੈਕ ਕਰਿਆ ਨਾ ਆ ਬਾਹਰ ਵਾਲਾ ਹੁਣ ਜਿਹੜਾ ਵੀ ਹੈ ਇਹਦੇ ਕੋਲ ਇਹ ਵਾਲਾ ਕੀ ਹੈ ਸਾਰੇ ਦਾ ਸਾਰਾ ਹੋਸਟ ਸੈਲ ਤੋਂ ਹੀ ਇਸਨੇ ਲਿਆ ਹੋਇਆ।
ਇਨਰ ਵਾਲੀ ਜਿਹੜੀ P17 ਤੋਂ ਬਾਅਦ ਵਾਲੀ ਲਿਪਿਡ ਬਾਈਲੇਅਰ ਹੋਗੀ ਜਾਂ ਲਿਪੋਪ੍ਰੋਟੀਨ ਹੈ, ਲਿਪੋਪ੍ਰੋਟੀਨ, ਗਲਾਈਕੋਪ੍ਰੋਟੀਨ, ਕਿਹੜੇ ਵਾਲੀ G120 ਗਲਾਈਕੋਪ੍ਰੋਟੀਨ 41, ਇਹ ਸਾਰਾ ਕਿੱਥੋਂ ਇਸਨੇ ਕਰਿਆ ਹੋਇਆ? ਇਹ ਸਾਰੇ ਦਾ ਸਾਰਾ ਹੋਸਟ ਸੈੱਲ ਤੋਂ ਹੀ ਇਸਨੇ ਲਿਆ ਹੋਇਆ। ਔਰ ਇਨਰ ਵਾਲੀ ਤਾਂ ਇਸਦੀ ਖੁਦ ਦੀ ਪ੍ਰੋਟੀਨ ਸੀ, ਲੇਕਿਨ ਬਾਹਰ ਵਾਲੀ ਜਿਹੜੀ ਹੈ ਜਿਸ ਵੀ ਹੋਸਟ ਸੈੱਲ ਤੇ ਇਸਨੇ ਅਟੈਕ ਕਰਿਆ ਇਨਵੋਲਵ ਵੀ ਉਹ ਵਾਲਾ ਹੀ ਹੋ ਗਿਆ, ਇਸ ਲਈ ਇਸ ਨੂੰ ਕੋਈ ਵੀ ਮੈਕਰੋਫੇਜ ਨਹੀਂ ਪਹਿਚਾਣ ਪਾਉਂਦਾ। ਮੈਕਰੋਫੇਜ ਪਹਿਚਾਣ ਨਹੀਂ ਪਾਏਗਾ, ਤੇ ਮੈਕਰੋਫੇਜ ਦੇ ਅੰਦਰ ਹੀ ਜਿਹੜੇ ਆਪਾਂ ਪ੍ਰੋਸੈਸ ਕਰਨ ਆਰਐਨਏ ਤੋਂ ਡੀਐਨਏ ਬਣਾਉਣਾ, ਉਹ ਮੈਕਰੋਫੇਜ ਸੈੱਲ ਦੇ ਅੰਦਰ ਹੀ ਇਹ ਚੀਜ਼ਾਂ ਸਾਰੀਆਂ ਕਰਾਈ ਜਾਏਗਾ। ਮੈਕਰੋਫੇਜ ਦੇ ਨੰਬਰ ਕੀ ਘਟਦੇ ਜਾਣਗੇ? ਮੈਕਰੋਫੇਜ ਜਿਹੜੇ ਹੋਣਗੇ ਉਸ ਦੇ ਨੰਬਰ ਡਿਕਰੀਜ਼ ਹੋ ਜਾਣਗੇ। ਟੀ ਸੈੱਲ ਜਿਹੜੇ ਹੋਣਗੇ ਉਹ ਵੀ ਕੀ ਹੋ ਜਾਣਗੇ? ਡਿਕਰੀਜ਼ ਹੋ ਜਾਣਗੇ। ਤਾਂ ਮੈਕਰੋਫੇਜ ਟੀ ਸੈੱਲ ਜਦੋਂ ਹੋਗਾ ਤਾਂ ਟੀ ਨੇ ਕਿਹੜੀ ਵਾਲੀ ਦੇਣੀ ਸੀ? ਸੈੱਲ ਮੀਡੀਏਟਡ ਇਮਿਊਨਿਟੀ। ਅਗਰ ਟੀ ਸੈੱਲ ਡਿਕਰੀਜ਼ ਹੋ ਗਿਆ ਤਾਂ ਸੈੱਲ ਮੀਡੀਏਟਡ ਇਮਿਊਨਿਟੀ ਘਟ ਗਈ, ਮੈਕਰੋਫੇਜ ਦੇ ਨੰਬਰ ਡਿਕਰੀਜ਼ ਹੋ ਗਏ, ਤੇ ਇਸ ਕਰਕੇ ਇਮਿਊਨਿਟੀ ਜਿਹੜੀ ਹੋਏਗੀ, ਜਿਸ ਵੀ ਪਰਸਨ ਦੇ ਵਿੱਚ HIV ਵਾਇਰਸ ਨੇ ਅਟੈਕ ਕਰਿਆ ਉਸਦੀ ਇਮਿਊਨਿਟੀ ਡਿਕਰੀਜ਼ ਹੁੰਦੀ ਜਾਏਗੀ। ਕਾਰਨ ਕੀ ਹੋਏਗਾ ਉਹ ਦੱਸਦੇ ਹਾਂ ਤੁਹਾਨੂੰ ਕਿ ਇਸ ਨੂੰ ਕਿਉਂ ਨਹੀਂ ਪਹਿਚਾਣ ਪਾ ਰਹੇ। ਦੇਖੋ, ਬਾਰ ਵਾਲੀ ਲਿਪਿਡ ਲੇਅਰ ਕਿਤੇ ਤੋਂ ਲਈ ਹੈ ਇਸਨੇ? ਹੋਸਟ ਸੈੱਲ। ਜਦੋਂ ਹੋਸਟ ਸੈੱਲ ਤੋਂ ਲੈ ਲਈ ਇਸਨੇ, ਡਰਾਈਵ ਕਰ ਲਿਆ ਲਿਪਿਡ ਬਾਇਲੇਅਰ ਜਿਹੜੀ ਹੈ ਐਂਡ ਲਿਪੋਪ੍ਰੋਟੀਨ ਜਿਹੜੀ ਹੈ, ਇਹ ਸਾਰੇ ਹੋਸਟ ਸੈੱਲ ਤੋਂ। ਕਿਹੜੇ ਵਾਲੇ ਆਪਣੇ ਕੋਲ ਹੈਗੇ ਆ? ਇੱਕ ਅੰਦਰ ਵਾਲੀ ਜਿਹੜੀ ਹੈਗੀ ਲੇਅਰ, ਆਹ ਦੇਖੋ, ਆਹ ਵਾਲੀ ਜਿਹੜੀ ਪ੍ਰੋਟੀਨ ਹੋਏਗੀ, ਇਹ ਵਾਲੀ ਕਿਹੜੀ ਹੈਗੀ ਹੈ? ਜੋ ਇਨਰ ਵਾਲੀ ਹੈ, ਹਾਂ ਇੰਨੇ ਵਾਲੀ, ਇਹ ਵਾਲੀ ਹੈ ਆਪਣੇ ਕੋਲੋਂ GP41। ਔਰ ਬਾਹਰ ਵਾਲੀ ਜਿਹੜੀ ਹੈ ਉਹ ਕਿਹੜੇ ਵਾਲੀ ਹੈ? GP120। ਔਰ GP120 ਦੇ ਉੱਪਰ ਕੀ ਹੋਏਗਾ? ਸੀਕੁਐਂਸ ਹੋਏਗੀ ਇਸ ਦੇ ਉੱਪਰ, ਜਿਹੜੇ ਆ GP120 ਹੈ ਇਹਦੇ ਉੱਪਰ ਕਿਹੜੇ ਹੁੰਦੇ? CD4 ਰਿਸੈਪਟਰ ਹੋਣਗੇ। CD4 ਰਿਸੈਪਟਰ CD4 ਰਿਸੈਪਟਰ ਸਿਮਿਲਰ ਹੋਣਗੇ ਜਿਹੜੇ ਕਿ ਮੈਕਰੋਫੇਜ ਦੇ ਉੱਪਰ ਵੀ ਹੁੰਦੇ ਆ, ਕੰਪਲੀਮੈਂਟਰੀ ਹੁੰਦੇ ਇਹ ਵਾਲੇ। ਸੀਕੁਐਂਸ ਹੈਗੀ CD4 ਰਿਸੈਪਟਰ ਪ੍ਰੈਜ਼ੈਂਟ ਔਨ ਮੈਕਰੋਫੇਜ। ਤਾਂ ਇਹ ਇੱਕ ਤਰ੍ਹਾਂ ਦਾ ਮੈਕਰੋਫੇਜ ਸੈੱਲ ਤੇ ਜਦੋਂ ਅਟੈਕ ਕਰਿਆ, ਸਭ ਕੁਝ ਬਾਹਰ ਵਾਲਾ ਜਿਹੜਾ ਹੈ ਇਹ ਉਦਾਂ ਦਾ ਹੀ ਕਿਤੇ ਤੋਂ ਇਹਨੇ ਲੈ ਲਿਆ। ਲਿਪੋਪ੍ਰੋਟੀਨ ਵੀ ਇਹਨੇ ਕਿੱਥੋਂ ਲਈ ਹੈ? ਹੋਸਟ ਸੈੱਲ ਤੋਂ, ਜਿਹਦੇ ਚ GP120 ਹੈ ਜੋ GP41, ਤੇ GP120 ਦੇ ਉੱਪਰ ਕੀ ਹੁੰਦਾ? CD4 ਰਿਸੈਪਟਰ ਹੋਣਗੇ ਜਿਹੜੇ ਕੰਪਲੀਮੈਂਟਰੀ ਹੋਣਗੇ, ਔਰ ਕੰਪਲੀਮੈਂਟਰੀ ਸੀਕੁਐਂਸ ਹੋਏਗੀ ਜਿਵੇਂ ਕਿ ਮੈਕਰੋਫੇਜ ਦੇ ਉੱਪਰ ਪ੍ਰੈਜ਼ੈਂਟ ਹੁੰਦੀ ਹੈ। ਤਾਂ ਇਸ ਲਈ ਮੈਕਰੋਫੇਜ ਇਸ ਨੂੰ ਪਹਿਚਾਣ ਨਹੀਂ ਪਾਉਂਦੇਗੇ, ਕਿਉਂਕਿ CD4 ਰਿਸੈਪਟਰ ਐਸ ਵਾਇਰਸ ਦੇ ਉੱਪਰ ਵੀ ਆ ਗਿਆ ਜੋ ਇਸ ਦੀ ਲੇਅਰ ਹੈ, ਔਰ ਮੈਕਰੋਫੇਜ ਵੀ ਹੁੰਦਾ, ਇਸ ਨੂੰ ਪਹਿਚਾਣ ਨਹੀਂ ਪਾਉਂਦੇ। ਤਾਂ ਇਹ ਵਾਇਰਸ ਕੀ ਕਰੇਗਾ? ਇਹ ਆਪਣੀ ਐਕਸ਼ਨ ਕਰਦਾ ਰਹੇਗਾ। ਕਿੱਦਾਂ ਐਕਸ਼ਨ ਕਰੇਗਾ ਆਪਾਂ ਨੈਕਸਟ ਪੇਜ ਤੇ ਦੇਖਦੇ ਹਾਂ। ਦੇਖੋ, ਰੈਟਰੋਵਾਇਰਸ ਦੇ ਰੱਖਿਆ ਆਪਣੇ ਕੋਲ ਵਾਇਰਲ ਕੋਰ ਹੀ ਹੈ ਸਿਰਫ, ਜਿਸ ਦੇ ਵਿੱਚ ਕੀ ਆਪਣੇ ਕੋਲ ਪਿਆ ਹੋਇਆ RNA ਸਿੰਗਲ ਸਟੈਂਡ, RNA ਆਇਡੈਂਟੀਕਲ ਪਏ ਹੋਏ ਪਾਰਟੀਕਲ। ਔਰ ਇਹ ਕੀ ਕਰੇਗਾ? ਜਦੋਂ ਇਨਫੈਕਟਡ ਸੈੱਲ ਦੇ ਵਿੱਚ ਐਂਟਰ ਕਰੇਗਾ, ਜਦੋਂ ਵੀ ਹੋਸਟ ਸੈੱਲ ਦੇ ਵਿੱਚ ਵਾਇਰਸ ਇਨਫੈਕਟ ਨੋਰਮਲ ਸੈੱਲ ਨੂੰ ਜਦੋਂ ਇਸਨੇ ਕੀ ਕੀਤਾ? ਇਫੈਕਟ ਕੀਤਾ। ਇਹ ਸਾਰਾ ਆਪਾਂ ਨੂੰ ਦੇ ਰੱਖਿਆ, ਪੂਰਾ ਸੈੱਲ ਦੇ ਰੱਖਿਆ ਵਾਲਾ ਇੰਨਾ। ਸੌਰੀ, ਵਾਇਰਲ RNA ਜਦੋਂ ਕੋਰ ਕਿੱਥੇ ਐਂਟਰ ਕਰ ਰਹੀ ਹੈ? ਆ ਐਨੀਮਲ ਸੈੱਲ, ਐਨੀਮਲ ਸੈੱਲ, ਹੋਸਟ ਐਨੀਮਲ ਸੈੱਲ ਆ ਵਾਲੇ ਆ, ਬਾਰ ਵੱਲੋਂ ਬਾਈ ਮਿਸਟੇਕ ਹੋ ਗਿਆ। ਦੇਖੋ, ਆ ਐਨੀਮਲ ਸੈੱਲ ਆਪਣੇ ਕੋਲ ਪਿਆ, ਐਨੀਮਲ ਸੈੱਲ ਦੇ ਜਦੋਂ ਇਹ ਪਲਾਜ਼ਮਾ ਮੈਂਬਰੇਨ ਦੇ ਵਿੱਚ ਐਂਟਰ ਕਰੇਗਾ ਤਾਂ ਦੇਖੋ ਇਸ ਦਾ RNA ਜਿਹੜਾ ਹੈ ਇਹਨੇ ਕੀ ਕਰਤਾਗਾ? ਵਾਇਰਲ DNA ਇਜ਼ ਪ੍ਰੋਡਿਊਸਡ ਬਾਈ ਰਿਵਰਸ ਟ੍ਰਾਂਸਕ੍ਰਿਪਟੇਜ਼। ਇਹ ਜਿਹੜਾ RNA ਹੈ ਇਸਨੇ ਐਂਟਰ ਕਰਾਇਆ, ਐਂਟਰ ਕਰਨ ਤੋਂ ਬਾਅਦ ਵਿੱਚ ਕੀ ਹੋਏਗਾ? RNA ਨੇ ਰਿਵਰਸ ਟ੍ਰਾਂਸਕ੍ਰਿਪਟੇਜ਼, ਕਿਉਂਕਿ ਇਸ ਦੇ ਉੱਪਰ ਕੀ ਹੈਗਾ ਸੀ? ਇਸ ਕੋਲ ਐਂਜ਼ਾਈਮ ਵੀ ਸੀਗੇ ਰਿਵਰਸ ਟ੍ਰਾਂਸਕ੍ਰਿਪਟੇਜ਼। ਇਸ ਵਾਇਰਲ RNA ਨੇ ਆਪਣੇ ਤੋਂ ਕੀ ਬਣਵਾ ਲਿਆ? DNA ਬਣਵਾ ਲਿਆ। और DNA कितने फॉर्म हो रहा है? न्यूक्लियस के अंदर। वाइल DNA इनकॉर्पोरेट्स इनटू होस्ट जीनोम। ਜਿਹੜਾ ਵਾਇਰਲ RNA ਆ ਉਹ ਕਿੱਥੇ ਜਾਏਗਾ? ਜੋ DNA ਹੋਏਗਾ ਜਾਂ ਨਿਊਕਲੀਅਸ ਹੋਏਗਾ ਹੋਸਟ ਸੈੱਲ ਦਾ, ਉਸ ਤੱਕ ਪਹੁੰਚ ਗਿਆ, ਔਰ ਉੱਥੋਂ ਕੀ ਕਰਵਾ ਰਿਹਾ? इसको एंजाइम तो है ही, रिवर्स ट्रांसक्रिप्टेज एंजाइम, तो ਉੱਥੋਂ ਨੇ ਕੀ ਬਣਾ ਲਿਆ? DNA ਬਣਵਾ ਲਿਆ।
ਡੀਐਨਏ ਤੋਂ ਫਿਰ ਕੀ ਬਣ ਰਿਹਾ, ਫਿਰ ਤੋਂ ਇਹ ਆਰਐਨਏ ਦੀਆਂ ਕਾਪੀਆਂ ਬਣਵਾਉਣੀਆਂ ਸ਼ੁਰੂ ਕਰਤੀਆਂ। ਜਦੋਂ ਆਰਐਨਏ ਦੀ ਕਾਪੀਆਂ ਆ ਗਈਆਂ, ਫਿਰ ਇਸ ਦੇ ਉੱਪਰ ਇੱਕ ਕੀ ਹੈ, ਨਿਊ ਵਾਇਰਸ ਆਰ ਪ੍ਰੋਡਿਊਸਡ। ਜਦੋਂ ਡੀਐਨਏ ਤੋਂ ਆਰਐਨਏ ਆ ਗਿਆ, ਸਿਮਿਲਰ ਜੋ ਸਟਾਰਟ ਤੇ ਸੀ ਉਦਾਂ ਦੀ ਅਗਰ ਆਰਐਨਏ ਫਾਰਮ ਹੋ ਗਿਆ, ਤਾਂ ਉਹ ਇੱਕ ਕਾਪੀ ਹੋ ਗਈ, ਕਿਹਦੀ ਹੋ ਗਈ, ਵਾਇਰਸ ਦੀ ਹੋ ਗਈ। ਤਾਂ ਇਦਾਂ ਡੀਐਨਏ ਤੋਂ ਬਹੁਤ ਸਾਰੀਆਂ ਕਾਪੀਆਂ ਬਣਵਾਉਣੀਆਂ ਸ਼ੁਰੂ ਕਰਤੀਆਂ ਆਰਐਨਏ ਦੀਆਂ, ਤਾਂ ਉਨੇ ਹੀ ਨੰਬਰ ਦੇ ਵਿੱਚ ਕੀ ਹੋ ਜਾਣਗੇ, ਵਾਇਰਸ ਨਿਊ ਪ੍ਰੋਡਿਊਸ ਹੋ ਜਾਣਗੇ। ਔਰ ਫਿਰ ਕੀ ਹੋਏਗਾ, ਨਿਊ ਸੈੱਲ ਦੇ ਵਿੱਚ ਉਸਨੇ ਜਾਣਾ ਸ਼ੁਰੂ ਹੋ ਜਾਏਗਾ। ਨਿਊ ਵਾਇਰਸ ਕੈਨ ਇਨਫੈਕਟ ਅਦਰ ਸੈੱਲ। ਤੇ ਪ੍ਰੋਸੈਸ ਇਦਾਂ ਹੀ ਚੱਲਦੀ ਜਾਏਗੀ, ਜਿਵੇਂ ਚੱਲੇਗੀ। ਤੇ ਨੰਬਰ ਆਫ ਜਿਹੜੇ ਮੈਕਰੋਫੇਜ ਆ, ਕਿਉਂਕਿ ਇਹ ਹੁਣ ਹੋਸਟ ਸੈੱਲ ਨਹੀਂ ਰਿਹਾ, ਇਸ ਦੇ ਉੱਪਰ ਕੀ ਹੈ, ਵਾਇਰਲ ਇਨਫੈਕਟਡ ਸੈੱਲ ਹੋ ਚੁੱਕਿਆ, ਜਿਸ ਦੇ ਉੱਪਰ ਵਾਇਰਸ ਨੇ ਅਟੈਕ ਕਰਿਆ ਆਰਐਨਏ ਤੋਂ ਡੀਐਨਏ, ਡੀਐਨਏ ਤੋਂ ਫਿਰ ਤੋਂ ਆਰਐਨਏ ਕਾਪੀਜ਼ ਬਣਵਾ ਰਿਹਾ। ਇਹ ਇੱਕ ਤਰ੍ਹਾਂ ਦੀ ਫੈਕਟਰੀ ਹੋ ਗਈ ਤਿਆਰ ਹੁਣ ਆਰਐਨਏ ਜਾਂ ਵਾਇਰਸ ਦੀ। ਵਾਇਰਸ ਦੀ ਜਿਹੜੀ ਫੈਕਟਰੀ ਤਿਆਰ ਹੋ ਗਈ ਹੈ, ਤੇ ਇਸ ਦੇ ਨਾਲ ਕੀ ਹੋਏਗਾ, ਤੋਂ ਨਿਊ ਵਾਇਰਸ ਜਨਰੇਟ ਹੁੰਦੇ ਜਾਣਗੇ, ਪ੍ਰੋਡਿਊਸ ਹੁੰਦੇ ਜਾਣਗੇ, ਔਰ ਅੱਗੇ ਵਾਲੇ ਸੈੱਲ ਨੂੰ ਅਫੈਕਟ ਕਰਦੇ ਜਾਣਗੇ। ਤਾਂ ਮੈਕਰੋਫੇਜ ਜਿਹੜਾ ਹੈ, ਇਹਦੇ ਵਿੱਚ ਕੀ ਹੋਏਗਾ, ਮੈਕਰੋਫੇਜ ਤੇ ਜਿਹੜਾ ਕਾਊਂਟ ਹੈਗਾ ਉਹ ਕੀ ਹੋ ਜਾਏਗਾ, ਡਿਕਰੀਜ਼ ਹੋ ਜਾਏਗਾ। ਟੀ ਸੈੱਲ ਜਿਹੜੇ ਹੈਗੇ ਉਹ ਵੀ ਕੀ ਹੋ ਜਾਣਗੇ, ਡਿਕਰੀਜ਼ ਹੋ ਜਾਣਗੇ। ਤੇ ਟੀ ਸੈੱਲ ਨੇ ਕਿਹੜੀ ਦੇਣੀ ਸੀ, ਸੈਲੂਲਰ ਇਮਿਊਨਿਟੀ। ਮੈਕਰੋਫੇਜ ਨੇ ਕੀ ਕਰਨਾ ਸੀ, ਆਪਣੀ ਫੈਗੋਸਾਈਟੋਸਿਸ ਕਰਕੇ ਵਾਇਰਸ ਨੂੰ ਖਤਮ ਕਰਨਾ ਸੀ, ਲੇਕਿਨ ਮੈਕਰੋਫੇਜ ਤੇ ਅਟੈਕ ਹੋ ਗਿਆ। ਮੈਕਰੋਫੇਜ ਤੋਂ ਉਲਟਾ ਕੰਮ ਕਰਾ ਰਿਹਾ ਕਿ ਵਾਇਰਸ ਆਪਣੀ ਕਾਪੀਜ਼ ਬਣਵਾ ਰਿਹਾ। ਤਾਂ ਇਹ ਸਾਰੀ ਚੀਜ਼ ਜਿਹੜੀ ਹੈ, ਇਹ ਐਚਆਈਵੀ ਵਾਇਰਸ ਕਰਦਾ। ਇਸ ਨੂੰ ਮੈਕਰੋਫੇਜ ਕਿਉਂ ਨਹੀਂ ਪਹਿਚਾਣ ਪਾਉਂਦਾ, ਕਿਉਂਕਿ ਜੋ ਵਾਇਰਸ ਹੈ ਜਦੋਂ ਹੋਸਟ ਸੈੱਲ ਤੇ ਜਾਂਦਾ, ਹੋਸਟ ਸੈੱਲ ਦੇ ਜਿਹੜਾ CD4 ਹੈ, ਹੋਸਟ ਸੈੱਲ ਦੇ ਉੱਪਰ ਕਿਹੜੇ ਹੈਗੇ, CD4 ਜਿਹੜੇ ਰਿਸੈਪਟਰ ਹੈ, ਉਹ ਕੰਪਲੀਮੈਂਟ ਹੁੰਦੇ ਆ ਮੈਕਰੋਫੇਜ ਦੇ ਸੀਕੁਐਂਸ ਤੇ ਜਿਹੜੀ ਹੁੰਦੀ ਹੈ CD4 ਰਿਸੈਪਟਰ ਦੇ ਨਾਲ। CD4 ਰਿਸੈਪਟਰ, ਕਿਉਂਕਿ ਜਿਹੜੀ ਆ ਇੱਕ ਵਾਰੀ ਆ ਸੈੱਲ ਨੇ, ਜਿਹੜੇ ਵਾਇਰਸ ਨੇ ਸੈੱਲ ਤੇ ਅਟੈਕ ਕਰਿਆ, ਉਸ ਦੀ ਸੈੱਲ ਮੈਂਬਰਨ ਕਿਸ ਨੇ ਅਡੋਪਟ ਕਰ ਲਿਆ, ਇਸ ਵਾਇਰਸ ਨੇ ਹੀ ਕਰ ਲਿਆ। ਤਾਂ ਹੁਣ ਵਾਇਰਸ ਤਾਂ ਅੰਦਰ ਹੈ, ਬਾਹਰ ਕੀ ਪਿਆ ਹੋਇਆ, ਐਨੀਮਲ ਸੈੱਲ ਪਿਆ ਹੋਇਆ, ਤਾਂ ਫਿਰ ਇਸ ਨੂੰ ਰੈਕੋਗਨਾਈਜ਼ ਹੀ ਨਹੀਂ ਕਰ ਪਾਏਗਾ ਮੈਕਰੋਫੇਜ। ਇਹ ਜਦੋਂ ਵੀ ਐਂਟਰ ਕਰੇਗਾ ਨੈਕਸਟ ਸੈੱਲ ਦੇ ਵਿੱਚ, ਤਾਂ ਕੋਈ ਵੀ ਇਸ ਨੂੰ ਰੈਕੋਗਨਾਈਜ਼ ਨਹੀਂ ਕਰ ਪਾਏਗਾ, ਕਿਉਂਕਿ ਬਾਹਰ ਤੋਂ ਦੇਖਦੇ ਤੇ ਸਾਰੇ ਦਾ ਸਾਰਾ ਕੀ ਆਪਣੇ ਕੋਲ ਪਿਆ ਹੋਇਆ, ਐਨੀਮਲ ਸੈੱਲ ਹੀ ਹੈ, ਬਾਹਰਲਾ ਇਨਵੋਲਵ ਐਨੀਮਲ ਸੈੱਲ ਦਾ, ਇਸ ਲਈ ਇਸ ਨੂੰ ਕੋਈ ਵੀ ਸੈੱਲ ਡਿਟੈਕਟ ਨਹੀਂ ਕਰ ਪਾਉਂਦਾ, ਨਾ ਮੈਕਰੋਫੇਜ ਤੇ ਨਾ ਟੀ ਹੈਲਪਰ ਐਂਡ ਕਿਲਰ ਸੈੱਲ। ਇਹ ਆਪਣਾ ਨੰਬਰ ਕੀ ਹੈ, ਇੰਕਰੀਜ਼ ਕਰਦੇ ਜਾਂਦੇ। ਇਸ ਲਈ ਤਾਂ ਇਹ ਕੀ ਹੈ ਕਿ ਆਪਾਂ ਇਸ ਡਿਸੀਜ਼ ਜਿਹੜੀ ਐਚਆਈਵੀ ਵਾਇਰਸ ਹੈ, ਇਸ ਤੋਂ ਬਚ ਨਹੀਂ ਸਕਦੇ। ਸਿਰਫ ਕੀ ਹੈ, ਆਪਾਂ ਇੱਕ ਹਿਊਮਨ ਦੀ ਲਾਈਫ ਜਿਹੜੀ ਹੈ ਉਸ ਨੂੰ ਥੋੜੇ ਸਮੇਂ ਲਈ ਐਕਸਟੈਂਡ ਤਾਂ ਕਰ ਸਕਦੇ ਹਾਂ ਮੈਡੀਸਿਨ ਦੇ ਜ਼ਰੀਏ, ਲੇਕਿਨ ਉਸ ਦੀ ਜਿਹੜੀ ਡੈਥ ਹੈ ਉਸ ਨੂੰ ਆਪਾਂ ਨਹੀਂ ਰੋਕ ਸਕਦੇ। ਐਚਆਈਵੀ ਵਾਇਰਸ ਤੋਂ ਆਪਾਂ ਜਾਂ ਏਡਸ ਤੋਂ ਕੋਈ ਵੀ ਪੇਸ਼ੈਂਟ ਕਿਉਰ ਨਹੀਂ ਹੋ ਸਕਦਾ, ਬਸ ਉਸ ਦੀ ਲਾਈਫ ਹੈ ਜਿਹੜੀ ਉਸਨੂੰ ਐਕਸਟੈਂਡ ਥੋੜਾ ਬਹੁਤ ਕਰਿਆ ਜਾ ਸਕਦਾ, ਲੇਕਿਨ ਡੈਥ ਜਿਹੜੀ ਹੈ ਉਸ ਨੂੰ ਪ੍ਰੀਵੈਂਟ, ਡੈਥ ਤੋਂ ਆਪਾਂ ਅਵੋਇਡ ਨਹੀਂ ਕਰ ਸਕਦੇ। ਤਾਂ ਕੁਐਸਚਨ ਇੱਥੋਂ ਇਹ ਰੇਜ਼ ਹੋਏਗਾ ਕਿ ਜਿਹੜੀ ਐਚਆਈਵੀ ਫੈਕਟਰੀ ਕਿਹੜੀ ਹੈ, ਐਚਆਈਵੀ ਫੈਕਟਰੀ ਆਪਾਂ ਕਹਿੰਦੇ ਹਾਂ ਮੈਕਰੋਫੇਜ ਨੂੰ। ਮੈਕਰੋਫੇਜ ਕੰਟੀਨਿਊ ਟੂ ਪ੍ਰੋਡਿਊਸ ਅ ਵਾਇਰਸ ਐਂਡ ਇਨ ਦਿਸ ਵੇ ਐਕਟ ਲਾਈਕ ਅ ਐਚਆਈਵੀ ਫੈਕਟਰੀ। ਇਹ ਯਾਦ ਰੱਖਣਾ ਤੁਸੀਂ ਕਿ ਐਚਆਈਵੀ ਫੈਕਟਰੀ ਜਿਹੜੀ ਹੈਗੀ ਹੈ ਕਿਹਨੂੰ ਕਿਹਾ ਜਾਂਦਾ, ਮੈਕਰੋਫੇਜ ਨੂੰ। ਐਚਆਈਵੀ ਫੈਕਟਰੀ ਇੰਪੋਰਟੈਂਟ ਕੁਐਸਚਨ ਹੈ। ਫੈਕਟਰੀ ਕਿਹਨੂੰ ਕਹਿੰਦੇ ਆਪਾਂ, ਮੈਕਰੋਫੇਜ। ਮੈਕਰੋਫੇਜ। ਔਰ ਆਪਣੇ ਕੋਲ ਨੈਕਸਟ ਕੀ ਹੈ, ਐਚਆਈਵੀ ਐਂਟਰ ਇਨਟੂ ਟੀ ਹੈਲਪਰ ਸੈਲ, ਰੈਪਲੀਕੇਟ ਐਂਡ ਪ੍ਰੋਡਿਊਸ ਪ੍ਰੋਜੈਨੀ ਵਾਇਰਸ। ਆ ਪ੍ਰੋਜੈਨੀ ਵਾਇਰਸ ਦੇ ਰੱਖੇ ਨੈਕਸਟ ਵਾਲੇ ਜਿਹੜੇ ਨਿਊ ਵਾਲੇ ਪ੍ਰੋਡਿਊਸ ਹੋ ਰਹੇ, ਐਂਡ ਵਾਇਰਸ ਰਿਲੀਜ਼ਸ ਇਨ ਬਲੱਡ ਅਟੈਕ ਅਦਰ ਟੀ ਹੈਲਪਰ ਸੈਲ। ਇਹ ਇਦਾਂ ਹੀ ਦੇਖੋ ਬਲੱਡ ਦੇ ਵਿੱਚ ਜਾਣਗੇ, ਔਰ ਨੈਕਸਟ ਵਾਲੇ ਜਿਹੜੇ ਸੈੱਲ ਆਣਗੇ ਇਸ ਦੇ ਕੰਟੈਕਟ ਵਿੱਚ ਇਹ ਉਸ ਨੂੰ ਇਨਫੈਕਟ ਕਰਦੇ ਜਾਣਗੇ, ਔਰ ਆਪਣਾ ਇਹ ਸਾਰੀ ਚੀਜ਼ ਕਰਦੇ ਜਾਣਗੇ। ਜੋ ਇਨੀਸ਼ੀਅਲ ਜੋ ਸਿੰਪਟਮ ਦਿਖਣਗੇ ਉਹ ਕਿਹੜੇ ਵਾਲੇ ਹੋਣਗੇ, ਬੋਟ ਆਫ ਫੀਵਰ, ਡਾਇਰੀਆ ਐਂਡ weight loss, ਇਹ ਵਾਲੇ ਸਿੰਪਟਮ ਆਣਗੇ। ਲੇਕਿਨ ਆਪਾਂ ਨੂੰ ਇਹ ਨਹੀਂ ਹੁੰਦਾ ਕਿ ਐਚਆਈਵੀ ਵਾਇਰਸ ਨੇ ਅਟੈਕ ਕਰਿਆ, ਲੇਕਿਨ ਇਹ ਜੋ ਇਨੀਸ਼ੀਅਲ ਹੁੰਦੇ ਆ, ਜਦੋਂ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੋ ਰਹੀ ਹੈ ਇਸ ਵਾਇਰਸ ਕਰਕੇ, ਤਾਂ ਇਹ ਵਾਲੇ ਜਿਹੜੇ ਆ ਇਹ ਆਪਾਂ ਨੂੰ ਦੇਖਣ ਨੂੰ ਮਿਲਣਗੇ ਸਿੰਪਟਮ। ਔਰ ਜਦੋਂ ਇਹ ਵਾਲੇ ਸਿੰਪਟਮ ਹੋ ਗਿਆ, ਜਿੱਦਾਂ ਹੀ ਟੀ ਲਿੰਫੋਸਾਈਟ ਜਿਹੜੇ ਹੈਗੇ ਉਹ ਪਰਸਨ ਦੇ ਵਿੱਚ ਘਟ ਗਏ,
ਟੀ ਲਿੰਫੋਸਾਈਟ ਕੱਟਣਗੇ ਤਾਂ ਇਮਿਊਨਿਟੀ ਕੀ ਹੋ ਜਾਏਗੀ, ਵੀਕ ਹੋਏਗੀ, ਇਮਿਊਨਿਟੀ ਹੋ ਜਾਏਗੀ ਉਸ ਪਰਸਨ ਦੀ ਵੀਕ। ਵੀਕ ਹੋਏਗੀ ਤਾਂ ਉਸ ਦੇ ਉੱਪਰ ਬੈਕਟੀਰੀਆ, ਮਾਈਕਰੋਬੈਕਟੀਰੀਅਮ, ਵਾਇਰਸ, ਫੰਜਾਈ ਤੇ ਹੋਰ ਪੈਰਾਸਾਈਟ ਹੈਗੇ ਆ, ਜਿੱਦਾਂ ਆਪਣੇ ਕੋਲ ਟੋਕਸੋਪਲਾਜ਼ਮ, ਇਹ ਸਾਰਿਆਂ ਨੇ ਅਟੈਕ ਕਰਨਾ ਸ਼ੁਰੂ ਕਰ ਦੇਣਗੇ। ਜਦੋਂ ਇਹ ਅਟੈਕ ਹੋਏਗਾ ਤਾਂ ਫਿਰ ਪੇਸ਼ੈਂਟ ਕੀ ਹੋ ਜਾਏਗਾ, ਇਮਿਊਨੋਡੈਫੀਸ਼ੀਐਂਟ। ਤਾਂ ਫਿਰ ਇਹਨਾਂ ਸਾਰੇ ਚੀਜ਼ਾਂ ਤੋਂ ਪ੍ਰੋਟੈਕਟ ਕਰਨਾ ਉਸ ਪੇਸ਼ੈਂਟ ਨੂੰ ਔਖਾ ਹੋ ਜਾਏਗਾ। ਬੈਕਟੀਰੀਆ ਵੀ ਅਟੈਕ ਕਰ ਦੇਗਾ, ਵਾਇਰਸ ਵੀ, ਫੰਜਾਈ ਹੋ ਗਿਆ, ਜਾਂ ਫਿਰ ਹੋਰ ਪੈਰਾਸਾਈਟ ਟੋਕਸੋਪਲਾਜ਼ਮ, ਜਿਸ ਕਰਕੇ ਕੀ ਹੋਏਗਾ, ਉਸ ਪੇਸ਼ੈਂਟ ਨੂੰ ਸੰਭਲਣ ਦਾ ਮੌਕਾ ਨਹੀਂ ਮਿਲੇਗਾ, ਕਿਉਂਕਿ ਪੇਸ਼ੈਂਟ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਨਹੀਂ ਲੜ ਪਾਏਗਾ। ਕਾਰਨ ਕੀ ਹੈ, ਕਿਉਂਕਿ ਟੀ ਲਿੰਫੋਸਾਈਟ ਜਿਸ ਨੇ ਇਹਨਾਂ ਦੇ ਖਿਲਾਫ ਕਰਨਾ ਸੀ ਐਕਸ਼ਨ, ਟੀ ਲਿੰਫੋਸਾਈਟ ਕੀ ਹੋ ਗਿਆ, ਆਪਣੇ ਕੋਲ ਲੈਸ ਨੰਬਰ 'ਚ ਹੋ ਰਿਹਾ, ਡਿਕਰੀਜ਼ ਹੋ ਰਿਹਾ। ਤਾਂ ਆਪਾਂ ਇਸ ਨੂੰ ਡਿਟੈਕਟ ਕਰਨ ਲਈ ਇੱਕ ਆਪਣੇ ਕੋਲ ਟੈਸਟ ਹੈ, ਸਕਰੀਨਿੰਗ ਟੈਸਟ ELISA ਕਰਦੇ ਹਾਂ, ਐਂਜ਼ਾਈਮ ਲਿੰਕਡ ਇਮਿਊਨੋਸੋਰਬੈਂਟ ਐਸੇ। ਪੁੱਛ ਸਕਦੇ ਆ ਕਿ ਕਿਹੜੇ ਵਾਲਾ ਟੈਸਟ ਹੈ ਜਿਹੜਾ ਡਾਇਗਨੋਸਟਿਕ ਟੈਸਟ ਹੈ, ਜਾਂ ਜਿਸ ਤੋਂ ਪਤਾ ਚੱਲਦਾ HIV ਵਾਇਰਸ ਦਾ ਜਾਂ ਏਡਸ ਦਾ। ਐਂਜ਼ਾਈਮ ਲਿੰਕਡ ਇਮਿਊਨੋਸੋਰਬੈਂਟ ਐਸੇ, ELISA ਟੈਸਟ ਕਹਿੰਦੇ ਆਪਾਂ। ਔਰ ਇਸ ਦੇ ਵਿੱਚ ਯੂਜ਼ ਕੀ ਕੀਤਾ ਜਾਂਦਾ, ਅਲਕੇਲਾਈਨ ਫੋਸਫੇਟ ਐਂਡ ਪਰੋਕਸੀਡੇਜ਼ ਐਂਜ਼ਾਈਮ। ਇਹ ਇੰਨਾ ਜ਼ਰੂਰੀ ਨਹੀਂ ਹੈ, ਬਸ ਤੁਸੀਂ ਇਹ ਦੇਖਣਾ ਕਿ ਕਿਹੜੇ ਵਾਲਾ ਟੈਸਟ ਕਰਿਆ ਜਾਂਦਾ। ELISA ਟੈਸਟ ਹੁੰਦਾ ਹੈਗਾ। ELISA ਦੀ ਫੁੱਲ ਫਾਰਮ ਕੀ ਹੈ, ਐਂਜ਼ਾਈਮ ਲਿੰਕਡ ਇਮਿਊਨੋਸੋਰਬੈਂਟ ਐਸੇ। ਇਹ ਕੁਐਸਚਨ, ਕਿਉਂਕਿ ਫੁੱਲ ਫਾਰਮ ਤੇ ਵੀ ਕੁਐਸਚਨ ਆਏ ਆ 41 ਕਾਰਡ ਦੇ ਵਿੱਚ, 2 ਕੁਐਸਚਨ ਫੁੱਲ ਫਾਰਮ ਤੇ ਸੀ, ਤੇ ਯਾਦ ਰੱਖਣਾ ਕਿਸੇ ਵੀ ਤਰ੍ਹਾਂ ਦੀ ਕੋਈ ਫੁੱਲ ਫਾਰਮ ਹੋਏ ਤਾਂ ਉਸ ਨੂੰ ਛੱਡਣਾ ਨਹੀਂ ਹੈ। ਨੈਕਸਟ ਹੈ ਕੰਫਰਮੇਟਰੀ ਟੈਸਟ। ਕੰਫਰਮੇਟਰੀ ਟੈਸਟ ਜਿਹੜੇ ਹੈਗੇ ਆ, ਵੈਸਟਰਨ ਬਲੌਟ ਟੈਸਟ ਹੈ, ਜਿਹੜਾ ਕੀ ਕਰੇਗਾ, ਐਂਟੀਬੋਡੀ ਡਿਟੈਕਟ ਐਂਟੀਬੋਡੀ ਇਨ ਅ ਪੇਸ਼ੈਂਟ ਸੀਰਮ। ਪੇਸ਼ੈਂਟ ਦੇ ਸੀਰਮ ਜਿਹੜਾ ਹੋਏਗਾ ਉਸ ਦੇ ਵਿੱਚ ਐਂਟੀਬੋਡੀ ਨੂੰ ਡਿਟੈਕਟ ਕਰਾਇਆ ਜਾਏਗਾ, ਜਿਸ ਤੋਂ ਆਪਾਂ ਨੂੰ ਕੰਫਰਮੇਟਰੀ ਟੈਸਟ ਮਿਲ ਜਾਏਗਾ, ਜਾਂ ਕਨਫਰਮ ਹੋ ਜਾਏਗਾ ਕਿ ਪਰਸਨ HIV ਅਫੈਕਟਡ ਹੈ ਜਾਂ ਨਹੀਂ। ਨੈਕਸਟ ਆਪਣੇ ਕੋਲ एड्स जो HIV ਵਾਇਰਸ ਹੈ, ਜਦੋਂ ਅਟੈਕ ਕਰਦਾ ਤਾਂ ਟਾਈਮ ਆਫ ਇਨਫੈਕਸ਼ਨ ਐਂਡ ਉਸ ਦੇ ਜਿਹੜੇ ਸਿੰਪਟਮ ਹੁੰਦੇ ਆ, ਉਹ ਨਾਲ ਦੇ ਨਾਲ ਹੀ ਅਪੀਅਰ ਨਹੀਂ ਹੁੰਦੇ। ਬਹੁਤ ਸਾਰਾ ਸਮਾਂ ਇਦਾਂ ਦਾ ਹੁੰਦਾ ਕਿ ਜਦੋਂ ਇਨਫੈਕਸ਼ਨ ਦੇ ਜਿਹੜੇ ਸਿੰਪਟਮ ਆ ਉਹ ਸ਼ੋ ਹੀ ਨਹੀਂ ਹੁੰਦੇਗੇ। ਤਾਂ ਅਗਰ ਸ਼ੋ ਨਹੀਂ ਹੋ ਰਿਹਾ ਤਾਂ ਉਸ ਕਰਕੇ ਇੱਕ ਤਰ੍ਹਾਂ ਦਾ ਜਿਹੜਾ ਪੀਰੀਅਡ ਹੈ, ਇੱਕ ਇਨਫੈਕਸ਼ਨ ਤੋਂ ਸਿੰਪਟਮ ਦੇ ਵਿੱਚ ਦਾ ਜਿਹੜਾ ਟਾਈਮ ਹੋਏਗਾ, ਜਿਹੜਾ ਇਨਫੈਕਸ਼ਨ ਤੋਂ ਸਿੰਪਟਮ ਦੇ ਵਿੱਚ ਦਾ ਜਿਹੜਾ ਟਾਈਮ ਹੋਏਗਾ, ਇਸ ਨੂੰ ਕਹਿੰਦੇ ਆਪਾਂ ਅਸਿਮਟੋਮੈਟਿਕ ਫੇਸ। ਇਹ ਸਿੰਪਟੋਮੈਟਿਕ ਫੇਸ, ਇਹ ਉਹ ਫੇਸ ਹੈ ਜਿਸ ਦੇ ਵਿੱਚ ਕੀ ਹੈ, ਕਿਸੇ ਤਰ੍ਹਾਂ ਦਾ ਕੋਈ ਵੀ ਸਿੰਪਟਮ ਆਪਾਂ ਨੂੰ ਏਡਸ ਦੇ ਨਹੀਂ ਦਿਖਦੇਗੇ। ਇਨਫੈਕਸ਼ਨ ਹੋ ਚੁੱਕੀ ਹੈ ਲੇਕਿਨ ਉਸਦੇ ਸਿੰਪਟਮ ਨਹੀਂ ਆ ਰਹੇ, ਤਾਂ ਇਹ ਟਾਈਮ ਜਿਹੜਾ ਹੈਗਾ ਕੁਝ ਮਹੀਨਿਆਂ ਤੋਂ ਲੈ ਕੇ ਕੁਝ ਸਾਲਾਂ ਤੱਕ ਦਾ ਵੀ ਹੋ ਸਕਦਾ ਹੈ, 5 to 10 ਇਅਰਸ ਤੱਕ ਦਾ ਵੀ ਸਮਾਂ ਲੱਗ ਸਕਦਾ। ਤਾਂ ਇਹ ਸਿੰਪਟੋਮੈਟਿਕ ਫੇਸ ਨੂੰ ਇਨਕਿਊਬੇਸ਼ਨ ਪੀਰੀਅਡ ਵੀ ਕਹਿੰਦੇ ਆ। ਇਨਕਿਊਬੇਸ਼ਨ ਪੀਰੀਅਡ ਯਾਦ ਰੱਖ ਲੈਣਾ, ਇਨਕਿਊਬੇਸ਼ਨ ਉਹ ਵਾਲਾ ਪੀਰੀਅਡ ਹੈ ਜਿਹੜਾ ਇਨਫੈਕਸ਼ਨ ਤੋਂ ਲੈ ਕੇ ਸਿੰਪਟਮ ਦੇ ਇਨ ਬਿਟਵੀਨ ਜਿਹੜਾ ਹੋਏਗਾ ਪੀਰੀਅਡ, ਉਹਨੂੰ ਆਪਾਂ ਇਨਕਿਊਬੇਸ਼ਨ ਪੀਰੀਅਡ ਕਹਿੰਦੇ ਆ। ਤਾਂ ਇਸ ਦੇ ਵਿੱਚ ਕੀ ਹੋਏਗਾ, ਜਦੋਂ ਵੀ HIV ਵਾਇਰਸ ਦਾ ਅਟੈਕ ਹੋਏਗਾ ਤਾਂ ਫਸਟ 2 to 12 ਵੀਕ ਜਿਹੜੇ ਹੈਗੇ ਆ, ਜਿਹੜੇ ਫਸਟ 2 to 12 ਵੀਕ ਐਂਟੀਬੋਡੀ ਦੀ ਪ੍ਰੋਡਕਸ਼ਨ ਕੀ ਹੋ ਜਾਏਗੀ, ਵੀਕ ਹੋ ਜਾਏਗੀ। ਫਸਟ 2 to 12 ਵੀਕ ਜਿਹੜੇ ਹੋਣਗੇ ਉਹ ਬਹੁਤ ਜ਼ਿਆਦਾ ਅਹਿਮ ਹੁੰਦੇ, ਕਿਉਂਕਿ ਸਭ ਤੋਂ ਜ਼ਿਆਦਾ ਵਾਇਰਸ ਨੇ ਫਸਟ 2 to 12 ਵੀਕ ਦੇ ਵਿੱਚ ਹੀ ਆਪਣਾ ਜਿਹੜਾ ਹੈ ਇਫੈਕਟ ਜ਼ਿਆਦਾ ਸ਼ੋ ਕਰਨਾ ਹੈਗਾ। ਇਨਫੈਕਟਲੀ ਆਫ ਦੀ ਪੇਸ਼ੈਂਟ ਔਰ ਐਕਟਿਵਨੈਸ ਆਫ ਦੀ ਵਾਇਰਸ। ਪੇਸ਼ੈਂਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿਣਗੀਆਂ ਫਸਟ 2 to 12 ਵੀਕ, ਔਰ ਇਫੈਕਟਿਵਨੈਸ ਆਫ ਦੀ ਵਾਇਰਸ ਇਸ ਮੈਕਸਿਮਮ ਇਨ ਦਿਸ ਪੀਰੀਅਡ 2 ਤੋਂ ਲੈ ਕੇ 12 ਵੀਕ। ਜਦੋਂ HIV ਵਾਇਰਸ ਨੇ ਐਂਟਰ ਕਰਿਆ 2 ਤੋਂ ਲੈ ਕੇ 12 ਵੀਕ ਤੱਕ ਤੇ ਕੀ ਹੋਏਗਾ, ਇਹ ਵਾਇਰਸ ਪਰਸਨ ਦੇ ਵਿੱਚ ਐਕਚੁਅਲੀ ਬਹੁਤ ਜ਼ਿਆਦਾ ਐਕਟਿਵਨੈਸ ਹੋਏਗਾ। ਔਰ ਇਸ ਕੇਸ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਸਪੈਸੀਫਿਕ ਸਿੰਪਟਮ ਅਪੀਅਰ ਨਹੀਂ ਹੋਣਗੇ। ਅਗਰ ELISA ਟੈਸਟ ਹੋ ਵੀ ਜਾਏ 2 ਤੋਂ ਲੈ ਕੇ 12 ਵੀਕ ਦੇ ਵਿੱਚ, ਤਾਂ ਆਪਾਂ ਨੂੰ ਪਤਾ ਹੀ ਨਹੀਂ ਚੱਲੇਗਾ ਏਡਸ ਦਾ ਅਟੈਕ ਹੋ ਚੁੱਕਿਆ ਜਾਂ HIV ਵਾਇਰਸ ਨੇ ਅਟੈਕ ਕਰ ਦਿੱਤਾ ਪਰਸਨ। 2 to 12 ਵੀਕ ਤੱਕ
ਵਾਇਰਸ ਤਾਂ ਫੁੱਲ ਐਕਟਿਵ ਹੋਏਗਾ ਲੇਕਿਨ ਉਸਦੇ ਸਿੰਪਟਮ ਕਿਸੇ ਤਰ੍ਹਾਂ ਦੇ ਕੋਈ ਵੀ ਅਪੀਅਰ ਨਹੀਂ ਹੋਣਗੇ। ਐਸਲੀਜ਼ਾ ਟੈਸਟ ਇਸ ਪੀਰੀਅਡ ਦੇ ਵਿੱਚ ਕੀ ਆਏਗਾ, ਨੈਗੇਟਿਵ ਹੀ ਆਏਗਾ। ਫਸਟ 2 to 12 ਵੀਕ ਦੇ ਵਿੱਚ ਲੀਜ਼ਾ ਟੈਸਟ ਵੀ ਇਸ ਨੂੰ ਡਿਟੈਕਟ ਨਹੀਂ ਕਰ ਪਾਏਗਾ, ਔਰ ਇਸ ਪੀਰੀਅਡ ਨੂੰ ਆਪਾਂ ਕਹਿੰਦੇ ਵਿੰਡੋ ਪੀਰੀਅਡ। ਇਨਕਿਊਬੇਸ਼ਨ ਹੈਗਾ ਇਨਫੈਕਸ਼ਨ ਔਰ ਸਿੰਪਟਮ ਆਨ ਦੇ ਇਨ ਬਿਟਵੀਨ ਜਿਹੜਾ ਹੋਏਗਾ ਇਨਕਿਊਬੇਸ਼ਨ ਪੀਰੀਅਡ ਹੈ। ਲੇਕਿਨ ਜਿਹੜਾ 2 to 12 ਵੀਕ ਦਾ ਜਿਹੜਾ ਪੀਰੀਅਡ ਹੋਏਗਾ, ਜਦੋਂ ਲੀਜ਼ਾ ਟੈਸਟ ਇਨਫੈਕਸ਼ਨ ਤਾਂ ਹੋ ਚੁੱਕੀ ਹੈ ਲੇਕਿਨ ਲੀਜ਼ਾ ਟੈਸਟ ਫੇਲ ਹੋ ਰਿਹਾ ਉੱਥੇ ਉੱਪਰ ਕੋਈ ਟੈਸਟ ਨਹੀਂ ਸੀ। ਇੱਥੇ ਤਾਂ ਆਪਾਂ ਨੈਚੁਰਲੀ ਉਂਝ ਆਪਾਂ ਨੂੰ ਪਤਾ ਲੱਗ ਰਿਹਾ ਸਿੰਪਟਮ ਦੀ ਗੱਲ ਕਰੀਏ, ਲੇਕਿਨ ਅਗਰ ਲੀਜ਼ਾ ਟੈਸਟ ਵੀ ਫੇਲ ਹੋ ਰਿਹਾ ਹੈ ਲੇਕਿਨ ਪਰਸਨ ਤਾਂ ਇਨਫੈਕਟਡ ਹੋ ਚੁੱਕਿਆ, ਤਾਂ ਉਸ ਪੀਰੀਅਡ ਨੂੰ ਆਪਾਂ ਕੀ ਕਹਿੰਦੇ ਆ, ਵਿੰਡੋ ਪੀਰੀਅਡ। ਤੇ ਨੈਕਸਟ ਹੈ ਏਡਜ਼ ਰਿਲੇਟਡ ਕੰਪਲੈਕਸ। ਜਦੋਂ HIV ਏਡਜ਼ ਕਰਕੇ ਪੇਸ਼ੈਂਟ ਨੂੰ ਸਟਾਰਟਿੰਗ ਜਿਹੜੀਆਂ ਚੀਜ਼ਾਂ ਹੋਣਗੀਆਂ ਉਸ ਦੀ ਗੱਲ ਕਰ ਰਹੇ ਹਾਂ। ਸਵੋਲਨ ਲਿੰਫ ਨੋਡ, ਬੋਟ ਆਫ ਫੀਵਰ, ਰਿਪੀਟਡ ਐਪੀਸੋਡ ਆਫ ਡਾਇਰੀਆ, ਉਸ ਦੀ ਜਿਹੜੀ ਡਾਇਰੀਆ ਉਸ ਦੀ ਫ੍ਰੀਕੁਐਂਸੀ ਵੱਧ ਜਾਏਗੀ, weight loss ਹੋਣਾ ਸ਼ੁਰੂ ਹੋ ਜਾਏਗਾ, ਪ੍ਰੋਲੋਂਗਡ ਕਫ। ਇਹ ਸਾਰੇ ਜਿਹੜੇ ਜਿੰਨੇ ਵੀ ਹੋਣਗੇ ਕਰੈਕਟਰਿਸਟਿਕਸ ਇਹ HIV ਵਾਇਰਸ ਦੀਆਂ। ਸਵੋਲਨ ਲਿੰਫ ਨੋਡ ਹੋ ਗਿਆ, ਬੋਟ ਆਫ ਫੀਵਰ, ਰਿਪੀਟਡ ਐਪੀਸੋਡਸ ਆਫ ਡਾਇਰੀਆ, weight loss, ਇਹ ਸਾਰੇ ਦੇ ਸਾਰੇ ਕਿਤੇ ਚ ਹੋ ਰਹੇ ਆ। ਇਹ ਏਡਜ਼ ਰਿਲੇਟਡ ਕੰਪਲੈਕਸ। ਏਡਜ਼ ਰਿਲੇਟਡ ਕੰਪਲੈਕਸ ਕਦੋਂ ਹੋਏਗਾ, ਜਦੋਂ ਮਿਲਡ ਫਾਰਮ ਹੋ ਜਾਏਗੀ HIV ਦੀ, ਮਤਲਬ ਉਹ ਇੰਨਾ ਜ਼ਿਆਦਾ ਸਟਰੋਂਗ ਹੋ ਚੁੱਕਿਆ ਹੋਏਗਾ ਕਿ ਬੋਡੀ ਨੂੰ ਅਫੈਕਟ ਕਰਨਾ ਉਸਨੇ ਸ਼ੁਰੂ ਕਰ ਦਿੱਤਾ। ਤਾਂ ਫਿਰ ਫੁੱਲ ਬਲੋਨ ਕਦੋਂ ਹੋਏਗਾ, ਜਦੋਂ ਟੀ ਹੈਲਪਰ ਸੈੱਲ ਦੇ ਜਿਹੜੇ ਹੈਗੇ ਆ, ਜਿਹੜੇ ਟੀ ਲਿੰਫੋਸਾਈਟ ਜਾਂ ਫਿਰ ਟੀ CD4 ਕਾਊਂਟ ਜਿਹੜਾ ਹੈ ਡਿਕਰੀਜ਼ ਕਰ ਜਾਏਗਾ। ਕਿੰਨੇ ਨਾਰਮਲੀ ਹੁੰਦਾ 900 ਮਿਲੀਅਨ, ਕਿੰਨਾ ਹੁੰਦਾ ਹੈਗਾ, 900 ਮਿਲੀਅਨ ਹੁੰਦਾ ਹੈਗਾ ਪਰ ਲੀਟਰ, 900 ਮਿਲੀਅਨ ਪਰ ਲੀਟਰ ਹੈ। ਅਗਰ ਡਿਕਰੀਜ਼ ਕਰਕੇ ਕਿੱਥੇ ਰਹਿ ਜਾਏ, ਸਿਰਫ ਔਰ ਸਿਰਫ 200 ਮਿਲੀਅਨ ਪਰ ਲੀਟਰ ਰਹਿ ਜਾਣ, 200 ਮਿਲੀਅਨ ਪਰ ਲੀਟਰ, ਤਾਂ ਉਸ ਟਾਈਮ ਫੁੱਲ ਬਲੋਨ ਏਡਜ਼ ਆਪਾਂ ਕਹਦੇ ਹਾਂ, ਪੂਰੀ ਜ਼ੋਰਾਂ ਤੇ ਹੋਏਗੀ। ਨਾਓ ਦਿਸ ਕੰਡੀਸ਼ਨ ਇਜ਼ ਕਾਲਡ ਫੁੱਲ ਬਲੋਨ ਏਡਜ਼। ਇਸ ਕੇਸ ਵਿੱਚ ਆਪਾਂ ਨੂੰ ਕੀ ਹੋਏਗਾ, ਟਿਊਬਰਕਲੋਸਿਸ ਹੋ ਜਾਏਗੀ। ਕਿਸ ਕਰਕੇ ਹੁੰਦੀ ਹੈ, ਮਾਈਕਰੋਬੈਕਟੀਰੀਅਮ ਐਵੀਅਮ ਕਰਕੇ। ਜੋ ਬੈਕਟੀਰੀਆ ਅਟੈਕ ਕਰੇਗਾ ਏਡਜ਼ ਵਾਇਰਸ ਦੇ ਹਮਲੇ ਤੋਂ ਬਾਅਦ ਵਿੱਚ, ਉਹ ਮਾਈਕਰੋਬੈਕਟੀਰੀਅਮ ਐਵੀਅਮ ਹੋਏਗਾ, ਜਿਸ ਕਰਕੇ ਆਪਾਂ ਕਹਿੰਦੇ ਹਾਂ ਟਿਊਬਰਕਲੋਸਿਸ ਹੋ ਜਾਏਗੀ। ਪਿੱਛੇ ਆਪਾਂ ਪੜ੍ਹ ਕੇ ਆਏ ਮਾਈਕਰੋਬੈਕਟੀਰੀਅਮ ਟਿਊਬਰਕਲੋਸਿਸ, ਮਾਈਕਰੋਬੈਕਟੀਰੀਅਮ ਟਿਊਬਰਕਲੋਸਿਸ, ਲੇਕਿਨ ਇੱਥੇ ਮਾਈਕਰੋਬੈਕਟੀਰੀਅਮ ਐਵੀਅਮ ਹੈ ਜਿਸ ਕਰਕੇ ਟਿਊਬਰਕਲੋਸਿਸ ਹੋਏਗੀ। ਨੈਕਸਟ ਹੈ ਕੈਂਡੀਡੀਆਸਿਸ ਆਫ ਅ ਮਾਊਥ ਜਾਂ ਓਸੋਫੇਗਸ। ਇਹ ਮਾਊਥ ਦੇ ਰਿਲੇਟਡ ਕੁਝ ਹੈਗੇ ਆ, ਜਿਸ ਨਾਲ ਆਪਾਂ ਨੂੰ ਕੀ ਮਾਊਥ ਜਿਹੜਾ ਹੋਏਗਾ ਉਸ ਦੇ ਵਿੱਚ ਸਵੈਲਿੰਗ ਜਾਂ ਮਾਊਥ ਰਿਲੇਟਡ ਪ੍ਰੋਬਲਮ ਹੈ ਜਿਹੜੀ ਆ ਵਾਲੀ, ਕੈਂਡੀਡੀਆਸਿਸ ਆਫ ਮਾਊਥ ਐਂਡ ਓਸੋਫੇਗਸ, ਸਾਹ ਲੈਣ ਵਿੱਚ ਦਿੱਕਤ ਹੋਣਾ, ਇਹ ਸਾਰਾ ਇਹ ਕਿਹਦੇ ਕਰਕੇ ਹੋਏਗਾ, ਇੱਕ ਤਰ੍ਹਾਂ ਦੀ ਫੰਗਸ ਹੈ ਕੈਂਡੀਡਾ ਐਲਬੀਕੈਨ। ਕੈਂਡੀਡੀਆਸਿਸ ਆਫ ਮਾਊਥ ਐਂਡ ਓਸੋਫੇਗਸ ਕਿਹਦੇ ਕਰਕੇ ਆਏਗੀ, ਕੈਂਡੀਡਾ ਐਲਬੀਕੈਂਸ। ਅੱਗੇ ਨਿਮੋਨੀਆ ਬਾय ਫੰਗਸ, ਨਿਮੋਸਿਸਟਿਸ ਕੈਰਿਨੀ, ਦੇਖੋ ਨਿਮੋਨੀਆ ਵੀ ਹੋ ਜਾਏਗਾ। ਫਿਰ ਸੋਰਸ ਆਫ ਹਰਪਸ ਸਿੰਪਲੈਕਸ, ਸੋਰਸ ਹੋਏਗਾ ਬੋਡੀ ਦੇ ਉੱਪਰ, ਚਮੜੀ ਨਾਲ ਰਿਲੇਟਡ ਹੈ। ਸੋਰਸ ਆਫ ਹਰਪਸ ਸਿੰਪਲੈਕਸ ਵਾਇਰਸ 2 ਦਾ ਵੀ ਅਟੈਕ ਹੋ ਜਾਏਗਾ। ਨੈਕਸਟ ਹੈ ਕੈਂਸਰ ਆਫ ਸਕਿਨ ਲਿੰਫ ਨੋਡ, ਕੈਂਸਰ ਆਫ ਸਕਿਨ ਐਂਡ ਲਿੰਫ ਨੋਡ ਨੂੰ ਕਹਿੰਦੇ ਆ ਕਾਪਸੀ ਸਰਕੋਮਾ। HIV ਐਕਟਸ ਐਜ਼ ਏ ਓਂਕੋਵਾਇਰਸ, ਓਂਕੋਵਾਇਰਸ ਕਿਹੜਾ ਹੈਗਾ, ਮਤਲਬ ਜਿਹੜਾ ਓਂਕੋ ਆਪਾਂ ਯੂਜ਼ ਕਰਦੇ ਕੈਂਸਰ ਲਈ। ਅਗਰ ਕੈਂਸਰ ਲਈ ਆਪਾਂ ਯੂਜ਼ ਕਰ ਰਹੇ ਤਾਂ ਓਂਕੋਵਾਇਰਸ ਦੀ ਤਰ੍ਹਾਂ ਵੀ HIV ਵਾਇਰਸ ਐਕਟ ਕਰਨ ਲੱਗ ਜਾਏਗਾ, ਔਰ HIV ਵਾਇਰਸ ਕਰਕੇ ਕੈਂਸਰ ਕਿਹੜੀ ਹੋਏਗੀ, ਸਕਿਨ ਤੇ ਲਿੰਫ ਨੋਡ ਵਾਲੀ ਕੈਂਸਰ ਵੀ ਹੋ ਜਾਏਗੀ। ਅੱਗੇ ਐਨਸਫੈਲਿਟਿਸ ਬਾय ਪ੍ਰੋਟੋਜ਼ੋਨ, ਪ੍ਰੋਟੋਜ਼ੋਨ ਹੈ ਟੋਕਸੋਪਲਾਜ਼ਮਾ, ਆਪਾਂ ਪਿੱਛੇ ਪੜ੍ਹ ਕੇ ਆਏ ਟੋਕਸੋਪਲਾਜ਼ਮ ਗੋਂਡੇਲ ਨਾਮ ਦਾ ਇਹ ਹੈ ਪ੍ਰੋਟੋਜ਼ੋਨ, ਜਿਹੜਾ ਅਟੈਕ ਕਰੇਗਾ HIV ਵਾਇਰਸ ਦੇ ਹਮਲੇ ਤੋਂ ਬਾਅਦ ਵਿੱਚ, ਇਹ ਕੀ ਕਰੇਗਾ, ਬ੍ਰੇਨ ਨੂੰ ਅਫੈਕਟ ਕਰੇਗਾ। ਐਨਸਫੈਲਿਟਿਸ ਬਾय ਪ੍ਰੋਟੋਜ਼ੋਨ ਟੋਕਸੋਪਲਾਜ਼ਮ ਗੋਂਡੇਲੀ, ਤਾਂ ਇਹ ਕਿਹੜੇ ਵਾਲਾ ਹੈ, ਇਹ ਬ੍ਰੇਨ ਨੂੰ ਅਫੈਕਟ ਕਰੇਗਾ। ਮੋਸਟ ਆਫ ਦ ਇਨਫੈਕਸ਼ਨਸ ਆਰ ਡਿਊ ਟੂ ਦੀ
opportunistic infection appear when immunity become weak। ਬਹੁਤ ਸਾਰੀ ਜਿਹੜੀ ਇਨਫੈਕਸ਼ਨ ਉਦੋਂ ਹੀ ਹੋ ਰਹੀ ਹੈ ਜਦੋਂ ਐਚਆਈਵੀ ਵਾਇਰਸ ਨੇ ਕੀ ਕੀਤਾ, ਇਮਿਊਨਿਟੀ ਨੂੰ ਵੀਕ ਕਰ ਦਿੱਤਾ ਹੈਗਾ, ਪਰਸਨ ਦੀ ਇਮਿਊਨਿਟੀ ਨੂੰ ਵੀਕ ਕਰਿਆ ਤਾਂ ਉਦੋਂ ਹੀ ਹੋ ਰਿਹਾ। ਤਾਂ ਟ੍ਰੀਟਮੈਂਟ ਹੈ, ਸਭ ਤੋਂ ਪਹਿਲਾਂ ਹੈ ਰਿਵਰਸ ਟ੍ਰਾਂਸਕ੍ਰਿਪਟਸ ਇਨਹਿਬਿਟਰ, ਕਿ ਆਪਾਂ ਇਨਹਿਬਿਟਰ ਯੂਜ਼ ਕਰਨਾ ਹੈ ਰਿਵਰਸ ਟ੍ਰਾਂਸਕ੍ਰਿਪਟਸ। ਆਰਐਨਏ ਤੋਂ ਡੀਐਨਏ ਹੀ ਅਗਰ ਨਹੀਂ ਬਣਨ ਦਿੱਤਾ ਜਾਏਗਾ, ਅਗਰ ਇਹਨੂੰ ਹੀ ਘਟਾ ਦਿੱਤਾ ਜਾਏ ਤਾਂ ਫਿਰ ਕੀ ਹੋਏਗਾ, ਵਾਇਰਸ ਦਾ ਜਿਹੜਾ ਕਾਊਂਟ ਆ ਉਹ ਕਿਤੇ ਨਾ ਕਿਤੇ ਸਲੋ ਹੋ ਜਾਏਗਾ। ਤੇ ਇਸ ਲਈ ਕੀ ਹੋਏਗਾ, ਇਹ ਕੁਝ ਆਪਣੇ ਕੋਲ ਰਿਵਰਸ ਟ੍ਰਾਂਸਕ੍ਰਿਪਟੇਜ਼ ਇਨਹਿਬਿਟਰ ਦੇ ਰੱਖਿਆ, ਜ਼ੈਦੋਵੁਦਿਨ, ਸਟੈਬੋਦਿਨ, ਟ੍ਰੈਜ਼ੀਵੀਰ, ਡੀਡੀਆਈ। ਇਹ ਸਾਰੇ ਤੁਸੀਂ ਜਿੰਨੇ ਵੀ ਯਾਦ ਹੋ ਪਾਉਣ, ਅੱਜ ਤੱਕ ਵੈਸੇ ਕੁਐਸਚਨ ਦਿੱਤੋਂ ਆਇਆ ਨਹੀਂ ਹੈ, ਸਿਰਫ ਇੰਨਾ ਹੈ ਕਿ ਕਿਹੜੇ ਵਾਲੀ ਆਪਾਂ ਰਿਵਰਸ ਟ੍ਰਾਂਸਕ੍ਰਿਪਟੇਜ਼ ਇਨਹਿਬਿਟਰ ਯੂਜ਼ ਕਰਕੇ ਆਰਐਨਏ ਤੋਂ ਡੀਐਨਏ ਦੀ ਪ੍ਰੋਡਕਸ਼ਨ ਨੂੰ ਰੋਕ ਸਕਦੇ ਹਾਂ, ਤੇ ਜਿਸ ਕਰਕੇ ਕੀ ਹੋਏਗਾ, ਫਰਦਰ ਆਰਐਨਏ ਦੀ ਕਾਪੀ ਜਿਹੜੀ ਬਣਦੀ ਆ ਉਹ ਨਹੀਂ ਬਣੇਗੀ। ਇਹ ਵਾਲੀ ਚੀਜ਼ ਨੂੰ ਆਪਾਂ ਘਟਾ ਸਕਦੇ ਹਾਂ। ਔਰ ਟ੍ਰੀਟਮੈਂਟ ਏਡਸ ਦਾ ਹੋ ਤਾਂ ਸਕਦਾ, ਐਂਟੀ ਰਿਟਰੋਵਾਇਰਲ ਡਰਗ ਦੇ ਸਕਦੇ ਆ ਜਿਹੜੇ ਪਾਰਸ਼ਲੀ ਇਫੈਕਟਿਵ ਹੈਗੀਆਂ, ਪੂਰੀ ਤਰ੍ਹਾਂ ਇਫੈਕਟਿਵ ਨਹੀਂ ਹੈ। ਇਸ ਨਾਲ ਆਪਾਂ ਕਿਸੇ ਵੀ ਪਰਸਨ ਦੀ ਲਾਈਫ ਥੋੜੀ ਜਿਹੀ ਲੰਮੀ ਤਾਂ ਕਰ ਸਕਦੇ ਹਾਂ, ਲੇਕਿਨ ਡੈਥ ਤੋਂ ਨਹੀਂ ਰੋਕ ਸਕਦੇ। ਇਹ ਇੱਕ ਹੈ ਕਿ ਇਸ ਨੂੰ ਪਿਓਰਲੀ 100% ਕਿਉਰ ਨਹੀਂ ਕਰਿਆ ਜਾ ਸਕਦਾ। ਜੋ ਵੀ ਮੈਡੀਸਿਨਸ ਆ ਉਹ ਇੰਨਾ ਜ਼ਿਆਦਾ ਇਫੈਕਟਿਵਲੀ ਨਹੀਂ ਕੰਮ ਕਰਦੀਆਂ। ਤੇ ਜਿਹੜੇ ਆਪਣੇ ਕੋਲ ਰਿਵਰਸ ਟ੍ਰਾਂਸਕ੍ਰਿਪਟੇਜ਼ ਇਨਹਿਬਿਟਰ ਦੇ ਰੱਖੇ ਆ, ਇਹ ਯਾਦ ਰੱਖ ਲੈਣੇ ਆ ਕਿ 2-3 ਜਿਹੜੇ ਹੁਣ ਯਾਦ ਹੋ ਜਾਣ, ਜ਼ੈਦੋਵੁਦਿਨ, ਸਟੈਬੋਦਿਨ, ਟ੍ਰੈਜ਼ੀਵੀਰ ਤੇ ਡੀਡੀਆਈ, ਇਹ ਤਿੰਨ ਹੀ ਯਾਦ ਕਰ ਲਿਓ, ਸਟੈਬੋਦਿਨ, ਟ੍ਰੈਜ਼ੀਵੀਰ ਤੇ ਡੀਡੀਆਈ। ਤਾਂ ਅੱਗੇ ਹੈ ਪ੍ਰੋਟੀਏਜ਼ ਇਨਹਿਬਿਟਰ, ਰਿਟੋਨੈਵਿਰ, ਨੈਲਫੀਨੈਵਿਰ, ਸੈਕਿਊਨੈਵਿਰ। ਇਹ ਜਿਹੜੇ ਦੇ ਰੱਖੇ ਇਹ ਆਪਣੇ ਕੋਲ ਪ੍ਰੋਟੀਏਜ਼ ਇਨਹਿਬਿਟਰ ਹੈਗੇ ਆ, ਜਿਹੜੇ ਪ੍ਰੋਟੀਏਜ਼ ਨੂੰ ਰੋਕਦੇ ਆ ਪ੍ਰੋਟੀਨ ਬਣਾਉਣ। ਨੈਕਸਟ ਹੈ ਹਾਈਲੀ ਐਕਟਿਵ ਐਂਟੀ ਰਿਟਰੋਲ ਥੈਰੇਪੀ ਦੇ ਰੱਖੀ ਹੈ। ਤਾਂ ਇਸ ਦੇ ਵਿੱਚ ਕੀ ਹੋਏਗਾ, ਇਟ ਇਨਕਲੂਡਸ ਬੋਥ ਰਿਵਰਸ transcriptase inhibitor and protease inhibitor drug, therefore it is called cocktail treatment। ਇਹ ਸਭ ਤੋਂ ਲਾਸਟ ਵਾਲਾ ਹੈ ਜਿਹੜਾ ਹਾਈਲੀ ਐਕਟਿਵ ਐਂਟੀ ਰਿਟਰੋਲ ਥੈਰੇਪੀ, ਇਸ ਦੇ ਵਿੱਚ ਦੋਨੋਂ ਤਰ੍ਹਾਂ ਦੇ ਹੀ ਇਨਹਿਬਿਟਰ ਦੇ ਜਾਣਗੇ, ਰਿਵਰਸ ਟ੍ਰਾਂਸਕ੍ਰਿਪਟੇਜ਼ ਇਨਹਿਬਿਟਰ ਤੇ ਦੂਸਰਾ ਆਪਣੇ ਕੋਲ ਪ੍ਰੋਟੀਏਜ਼ ਇਨਹਿਬਿਟਰ। ਤਾਂ ਇਹ ਸੀ ਆਪਣੇ ਕੋਲ ਏਡਸ ਦੇ ਟ੍ਰੀਟਮੈਂਟ ਮੈਡੀਸਿਨਸ ਦੀਆਂ, ਜੋ ਐਂਟੀ ਰਿਟਰੋਵਾਇਰਲ ਡਰਗ ਹੈਗੀਆਂ, ਜਿਹੜੀਆਂ ਵਾਇਰਸ ਦੇ ਥੋੜਾ ਐਂਟੀ ਕੰਮ ਕਰਦੀਆਂ ਹੈਗੀਆਂ। ਨੈਕਸਟ ਆਪਣੇ ਕੋਲ ਕਿ ਕਿੱਦਾਂ ਆਪਾਂ ਰੋਕ ਸਕਦੇ ਹਾਂ ਏਡਸ ਨੂੰ, ਇਹ ਕੁਝ ਦੇ ਰੱਖੇ ਆ ਆਪਣੇ ਕੋਲ ਉਪਾਏ, ਤਾਂ ਤੁਸੀਂ ਲਰਨ ਕਰ ਸਕਦੇ ਹੋ। ਜਿੱਦਾਂ ਮੇਕਿੰਗ ਬਲੱਡ ਸੇਫ ਫਰੋਮ HIV, ਅਗਰ ਆਪਾਂ ਬਲੱਡ ਲੈ ਰਹੇ ਹਾਂ ਤਾਂ ਉਹ HIV ਤੋਂ ਸੇਫ ਹੋਏ। ਜਿਹੜੇ ਵੀ ਆਪਾਂ ਬੈਂਕਸ ਤੋਂ ਲੈਂਦੇ ਆ, ਬਲੱਡ ਬੈਂਕ ਹੈ, ਉੱਥੋਂ ਆਪਾਂ ਜੋ ਵੀ ਬਲੱਡ ਲੈਂਦੇ ਆ ਉਹ HIV ਇਨਫੈਕਟਡ ਪਰਸਨ ਦਾ ਨਾ ਹੋਏ। ਇੰਸ਼ੋਰਿੰਗ ਯੂਜ਼ ਓਨਲੀ disposal needle and syringe in a public and private hospital and clinics। ਕਿ ਆਪਾਂ ਨੂੰ ਇਹ ਸ਼ੋਰ ਕਰਨਾ ਚਾਹੀਦਾ ਕਿ ਜੋ ਯੂਜ਼ ਮਤਲਬ ਰੀਯੂਜ਼ ਵਾਲੀਆਂ ਨਾ ਹੋਣ ਸਰਿੰਜਸ ਵਗੈਰਾ, ਜਾਂ ਫਿਰ ਕੋਈ ਵੀ ਡਿਸਪੋਜ਼ਲ ਆਪਾਂ ਯੂਜ਼ ਕਰ ਰਹੇ ਹਾਂ। free distribution of condoms and advocating safe sex। ਇੱਕ ਨੈਕਸਟ ਹੈ ਕੰਟਰੋਲਿੰਗ ਡਰਗ ਅਬਿਊਜ਼, ਡਰਗ ਦੇ ਜਿਹੜੇ ਹੈਗੇ ਆ ਉਸ ਨੂੰ ਵੀ ਆਪਾਂ ਰੋਕ ਸਕਦੇ ਜਾਂ ਕੰਟਰੋਲ ਕਰ ਸਕਦੇ, ਉਸ ਨਾਲ ਵੀ HIV ਦਾ ਜਿਹੜਾ ਖਤਰਾ ਘੱਟ ਹੋ ਜਾਂਦਾ। ਪ੍ਰਮੋਟਿੰਗ ਰੈਗੂਲਰ ਚੈੱਕਅਪ ਪਰ HIV ਇਨ ਅ ਸਸਪੈਕਟੇਬਲ ਪੋਪੂਲੇਸ਼ਨ, ਜੋ ਸਸਪੈਕਟੇਬਲ ਹੈ ਪੋਪੂਲੇਸ਼ਨ ਉਸ ਦੇ ਰੈਗੂਲਰ ਚੈੱਕਅਪ ਹੁੰਦੇ ਰਹਿਣ, ਤਾਂ ਉਸ ਨਾਲ ਵੀ ਇਸ ਚੀਜ਼ ਨੂੰ ਘਟਾਇਆ ਜਾ ਸਕਦਾ। ਪੀਪਲ ਸ਼ੁੱਡ ਬੀ ਐਜੂਕੇਟਡ ਅਬਾਊਟ ਏਡਸ, ਇਸ ਦੇ ਬਾਰੇ ਹਰੇਕ ਇਨਸਾਨ ਨੂੰ ਨੌਲੇਜ ਹੋਣਾ ਜ਼ਰੂਰੀ ਹੈ। नेक्स्ट है कैंसर। कैंसर की होएगा, कैंसर का सिंपल डेफिनेशन देखते हैं तो आप अनकंट्रोल्ड अबनॉर्मल एक्सेसिव मिटोटिक डिवीजन है किसी भी सैल दी। अगर सैल है
ਸੈੱਲ ਦੀ ਕੀ ਹੋ ਰਹੀ ਹੈ, ਐਬਨੋਰਮਲ ਡਿਵੀਜ਼ਨ ਹੋ ਰਹੀ ਹੈ, ਉਹ ਬਹੁਤ ਸਾਰੇ ਸੈੱਲ ਨੂੰ ਹੀ ਪ੍ਰੋਡਿਊਸ ਕਰ ਰਿਹਾ ਹੈ, ਮਿਟੋਟਿਕ ਡਿਵੀਜ਼ਨ ਕੰਟੀਨਿਊਸਲੀ ਕਰ ਰਿਹਾ, ਤਾਂ ਇੱਥੇ ਕੀ ਹੋ ਜਾਏਗਾ, ਇੱਕ ਤਰ੍ਹਾਂ ਦਾ ਮਾਸ ਜਨਰੇਟ ਹੋ ਜਾਏਗਾ, ਜਿਸ ਨੂੰ ਆਪਾਂ ਕੀ ਕਹਿੰਦੇ ਨੇ, ਟਿਊਮਰ ਕਹਿ ਦਿੰਦੇ ਹਾਂ, ਟਿਊਮਰ। ਅਗਰ ਇੱਕ ਸੈੱਲ ਦੀ ਐਬਨੋਰਮਲ ਤੇ ਅਨਕੰਟਰੋਲਡ ਮਿਟੋਟਿਕ ਡਿਵੀਜ਼ਨ ਹੋਏਗੀ, ਤਾਂ ਸੈੱਲ ਬਹੁਤ ਸਾਰੇ ਹੋਰ ਸੈੱਲ ਨੂੰ ਇੱਥੇ ਪ੍ਰੋਡਿਊਸ ਕਰ ਦੇਗਾ, ਔਰ ਇੱਕ ਲਾਰਜ ਮਾਸ ਨੂੰ ਫਾਰਮ ਕਰ ਲੇਗਾ, ਤਾਂ ਉਸ ਲਾਰਜ ਮਾਸ ਨੂੰ ਆਪਾਂ ਟਿਊਮਰ ਕਹਿ ਦਿੰਦੇ ਹਾਂ। ਕਦੋਂ ਹੋਏਗਾ, ਅਨਕੰਟਰੋਲਡ ਅਬਨੋਰਮਲ ਤੇ ਐਕਸੈਸਿਵ ਮਿਟੋਟਿਕ ਡਿਵੀਜ਼ਨ ਹੋਏਗੀ ਸੈੱਲ ਦੀ, ਜਿਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਕੈਂਸਰ ਹੋ ਗਿਆ। ਦਿਸ abnormal and undifferentiated cell called cell cancerous cell। ਜਿਹੜੇ abnormal ਸੈੱਲ ਹੋਣਗੇ ਕਿਹੜੇ ਵੱਲੋਂ ਹੋ ਜਾਣਗੇ, ਕੈਂਸਰੀਅਸ ਸੈੱਲ ਹੋਣਗੇ। ਹੁਣ ਜਿਹੜੀ ਸਟੱਡੀ ਹੋਏਗੀ ਉਸ ਨੂੰ ਆਪਾਂ ਓਂਕੋਲੋਜੀ ਕਹਿੰਦੇ ਆ। ਕੀ ਕਹਿੰਦੇ ਆ, ਓਂਕੋਲੋਜੀ। ਹੁਣ ਹਰੇਕ ਸੈੱਲ ਦੇ ਵਿੱਚ ਕੀ ਹੁੰਦਾ ਹੈ, ਇੱਕ ਪ੍ਰੋਪਰਟੀ ਹੁੰਦੀ ਹੈ ਕੰਟੈਕਟ ਇਨਹਿਬਿਟਰ। ਕੰਟੈਕਟ ਇਨਹਿਬਿਟਰ, ਕੰਟੈਕਟ ਇਨਹਿਬਿਟਰ ਦਾ ਕੰਮ ਕੀ ਹੁੰਦਾ, ਕੰਟੈਕਟ ਇਨਹਿਬਿਟਰ ਦਾ ਕੰਮ ਹੁੰਦਾ ਕਿ ਅਗਰ ਇੱਕ ਸੈੱਲ ਹੈ ਤੇ ਨਾਰਮਲ ਸੈੱਲ ਆਪਣੇ ਕੋਲ, ਇੱਕ ਕਿਹੜੇ ਵਾਲਾ, ਇਹ ਵਾਲਾ ਕੈਂਸਰਸ ਸੈੱਲ ਕਹਿ ਦਿੱਤਾ, ਇੱਕ ਨਾਰਮਲ ਸੈੱਲ, ਤਾਂ ਇਸ ਦਾ ਕੀ ਹੁੰਦਾ, ਜਿਹੜਾ ਸੈੱਲ ਐਬਨੋਰਮਲ ਹੋ ਚੁੱਕਿਆ, ਐਬਨੋਰਮਲ ਸੈੱਲ ਹੈ, ਅਗਰ ਇਹ ਸਹੀ ਵਾਲੇ ਸੈੱਲ ਦੇ ਕੰਟੈਕਟ ਦੇ ਵਿੱਚ ਆਉਂਦਾ ਤੇ ਇਹ ਆਪਦੇ ਐਕਟੀਵਿਟੀ ਕੀ ਹੋ ਜਾਂਦੀਆਂ ਇਸ ਦੀਆਂ, ਜਾਂ ਤਾਂ ਇਹ ਖੁਦ ਨੂੰ ਖਤਮ ਕਰ ਲੇਗਾ। ਕੰਟੈਕਟ ਇਨਹਿਬਿਟਰ ਦਾ ਕੰਮ ਕੀ ਹੈਗਾ, ਨਾਰਮਲ ਸੈਲ ਸ਼ੋਜ਼ ਅ ਪ੍ਰੋਪਰਟੀ ਕਾਲਡ ਕੰਟੈਕਟ ਇਨਹਿਬਿਟਰ ਬਾਈ ਵਿਚ ਆਫ ਦੀ ਕੰਟੈਕਟ ਵਿਦ ਅਦਰ ਸੈਲ ਇਨਹਿਬਿਟ देयर ਅਨਕੰਟਰੋਲਡ ਗਰੋਥ। ਆ ਜਿਹੜਾ ਨਾਰਮਲ ਸੈੱਲ ਹੈ, ਇਸ ਦੀ ਕੈਪੇਬਿਲਿਟੀ ਹੋਏਗੀ ਕਿ ਇਹ ਦੂਸਰੇ ਜਿਹੜੇ ਐਬਨੋਰਮਲ ਸੈੱਲ ਹੈ, ਅਗਰ ਉਹਦੇ ਕੰਟੈਕਟ ਦੇ ਵਿੱਚ ਹੋਏਗਾ ਤਾਂ ਇਸ ਦੀ ਜਿਹੜੀ ਅਨਕੰਟਰੋਲਡ ਗਰੋਥ ਹੋ ਰਹੀ ਹੈ ਉਸਨੂੰ ਕੰਟਰੋਲ ਕਰਨਾ। ਨਾਰਮਲ ਸੈੱਲ ਕੀ ਕਰੇਗਾ, ਇਸਨੂੰ ਜਿਹੜਾ ਅਬਨੋਰਮਲ ਸੈੱਲ ਹੈ, ਨਾਰਮਲ ਸੈੱਲ ਅਬਨੋਰਮਲ ਸੈੱਲ ਨੂੰ ਕੀ ਕਰੇਗਾ, ਕੰਟੈਕਟ ਇਨਹਿਬਿਸ਼ਨ ਸ਼ੋ ਕਰੇਗਾ, ਨਾਰਮਲ ਸੈੱਲ ਦੀ ਇਹ ਵਾਲੀ ਹੁੰਦੀ ਹੈ। ਲੇਕਿਨ ਜਿਹੜੇ ਕੈਂਸਰਸ ਸੈੱਲ ਜਿਹੜੇ ਹੈਗੇ ਆ, ਉਹ ਆਪਣੀ ਇਹ ਪ੍ਰੋਪਰਟੀ ਨੂੰ ਹੀ ਲੋਸਟ ਕਰ ਦਿੰਦੇ ਆ, ਇਹਨਾਂ ਦੀ ਪ੍ਰੋਪਰਟੀ ਕੀ ਹੋ ਜਾਂਦੀ ਹੈ, ਲੋਸਟ ਹੋ ਜਾਂਦੀ ਹੈ, ਜਿਸ ਕਰਕੇ ਇਹ ਆਪਣੀ ਗਰੋਥ ਲਗਾਤਾਰ ਹੀ ਕਰਦੇ ਜਾਂਦੇ ਆ ਔਰ ਇੱਕ ਮਾਸ ਨੂੰ ਤਿਆਰ ਕਰ ਦਿੰਦੇ ਆ, ਬਹੁਤ ਸਾਰਾ ਮਾਸ ਤਿਆਰ ਹੋ ਜਾਏਗਾ। ਇਹ ਨਾਰਮਲ ਸੈੱਲ ਦੇ ਕੰਟੈਕਟ ਦੇ ਵਿੱਚ ਵੀ ਆਣਗੇ, ਲੇਕਿਨ ਇਹ ਇਹਨਾਂ ਦੀ ਜਿਹੜੀ ਗਰੋਥ ਹੈ ਇਹ ਕੰਟਰੋਲ ਨਹੀਂ ਹੁੰਦੀ। ਨਾਰਮਲ ਸੈੱਲ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ, ਜਦੋਂ ਗਰੋਥ ਕਰਦਾ ਤਾਂ ਨਾਰਮਲ ਸੈੱਲ ਕੀ ਕਰੇਗਾ, ਸਪੋਜ਼ ਕਰੋ ਨਾਰਮਲ ਸੈੱਲ, ਇਹ ਵੀ ਨਾਰਮਲ ਸੈੱਲ, ਨਾਰਮਲ ਸੈੱਲ ਜਦੋਂ ਇੱਕ ਦੂਜੇ ਕੰਟੈਕਟ ਵਿੱਚ ਆਉਂਦੇ ਤਾਂ ਇਹ ਇੱਕ ਦੂਜੇ ਦੀ ਗਰੋਥ ਨੂੰ ਕੰਟਰੋਲ ਕਰਕੇ ਰੱਖਦੇ। ਲੇਕਿਨ ਇੱਥੇ ਅਗਰ ਆਪਾਂ ਗੱਲ ਕਰਦੇ ਹਾਂ, ਜਿਹੜੇ ਕੈਂਸਰੇਸਿਸ ਸੈੱਲ ਹੈ, ਇੱਕ ਤਰ੍ਹਾਂ ਦਾ ਐਬਨੋਰਮਲ ਸੈੱਲ ਹੈ, ਨਾਰਮਲ ਸੈੱਲ ਦੇ ਕੰਟੈਕਟ ਚ ਆਉਣ ਦੇ ਬਾਵਜੂਦ ਵੀ ਇਹ ਆਪਦੀ ਜਿਹੜੀ ਹੈ ਮਿਟੋਟਿਕ ਡਿਵੀਜ਼ਨ ਨਹੀਂ ਰੋਕਦਾ। ਇਹ ਕੀ ਕਰਦਾ ਹੈ, ਇਹ ਰੈਗੂਲਰ ਆਪਣੀ ਡਿਵੀਜ਼ਨ ਕਰਦਾ ਜਾਏਗਾ, ਜਿਸ ਕਰਕੇ ਬਹੁਤ ਸਾਰਾ ਲਾਰਜ ਮਾਸ ਉਹ ਫਾਰਮ ਹੋ ਜਾਏਗਾ, ਜਿਸ ਨੂੰ ਆਪਾਂ ਕੀ ਕਹਿੰਦੇ ਹਾਂ, ਕੈਂਸਰ। ਕੰਟੈਕਟ ਇਨਹਿਬਿਸ਼ਨ ਪ੍ਰੋਪਰਟੀ ਕਿਹਦੀ ਲੋਸਟ ਹੋਈ ਹੈ, ਕੈਂਸਰੇਸਿਸ ਸੈੱਲ ਦੀ, ਜਿਸ ਕਰਕੇ ਟਿਊਮਰ ਹੋ। ਹੁਣ ਕੈਂਸਰ ਵੀ ਦੋ ਤਰ੍ਹਾਂ ਦੀ ਹੈ, ਇੱਕ ਬੈਨਿਨ, ਇੱਕ ਕਿਹੜੀ ਹੈਗੀ ਹੈ, ਮੈਲਿਗਨੈਂਟ। ਬੈਨਿਨ ਜਿਹੜੀ ਹੈਗੀ ਹੈ ਇਹ ਕਿਸੇ ਟਿਸ਼ੂ, ਸਪੈਸੀਫਿਕ ਟਿਸ਼ੂ ਤੇ ਜਿੱਥੇ ਹੋਗੀ, ਸਪੈਸੀਫਿਕ ਟਿਸ਼ੂ ਤੇ ਸਪੋਜ਼ ਕਰੋ ਉਸ ਟਿਸ਼ੂ ਤੇ ਹੀ ਰਹੇਗੀ, ਅੱਗੇ ਟਰਾਂਸਪੋਰਟ ਨਹੀਂ ਹੁੰਦੀ, ਇਹ ਅੱਗੇ ਟਰਾਂਸਪੋਰਟੇਬਲ ਨਹੀਂ ਹੈ। ਮਤਲਬ ਨॉन ट्रांसपोर्टेबल ਹੈ, नॉन ट्रांसपोर्टेबल। ਇਹ ਇੱਕ ਜਗ੍ਹਾ ਤੇ ਹੋਗੀ ਤਾਂ ਉੱਥੇ ਹੀ ਰਹੇਗੀ, ਉਸ ਟਿਸ਼ੂ ਨੂੰ ਆਪਾਂ ਰਿਮੂਵ ਕਰਕੇ ਇਸ ਨੂੰ ਕਿਉਰ ਕਰ ਸਕਦੇ। ਲੇਕਿਨ ਜਿਹੜੀ ਮੈਲਿਗਨੈਂਟ ਹੈ, ਮੈਲਿਗਨੈਂਟ ਟਿਊਮਰ, ਇਹ ਕੀ ਕਰੇਗੀ, ਇਹ ਇੱਕ ਤਰ੍ਹਾਂ ਦੀ ਜਿੱਥੇ ਪ੍ਰੋਡਿਊਸ ਹੋਈ ਹੈ ਉਸ ਦੇ ਕੁਝ ਸੈੱਲ ਵਿੱਚੋਂ ਡਿਟੈਚਡ ਹੋ ਕੇ ਬਲੱਡ ਦੇ ਵਿੱਚ ਗਏ, ਬਲੱਡ ਜਿੱਥੇ ਅੱਗੇ ਜਾਏਗਾ ਉਸ ਬਲੱਡ ਦੇ ਵਿੱਚ ਜਿਹੜੀ ਜਗ੍ਹਾ ਤੇ ਇਹ ਸੈੱਲ ਜੋ ਆਪਾਂ ਗੱਲ ਕਰ ਰਹੇ ਹਾਂ ਮੈਲਿਗਨੈਂਟ ਦੇ, ਤਾਂ ਇਹ ਜਿੱਥੋਂ ਸੈੱਲ ਬਲੱਡ ਦੇ ਨਾਲ ਵਿੱਚੋਂ ਡਿਟੈਚ ਜਾਂ escape ਹੋਏ, ਜਿਹੜੀ ਜਗ੍ਹਾ ਤੇ ਫਿਰ ਇੱਥੇ ਹੋਣੇ ਸ਼ੁਰੂ ਹੋ ਗਏ, ਦੇਖੋ ਇਸਨੇ ਫਿਰ ਤੋਂ ਉਹੀ ਚੀਜ਼ ਸ਼ੋ ਕਰਨੀ ਸ਼ੁਰੂ ਕਰਤੀ, ਮਿਟੋਟਿਕ ਡਿਵੀਜ਼ਨ ਅਨਕੰਟਰੋਲਡ ਵਾਲੀ। ਫਿਰ ਨੈਕਸਟ ਜਿਹੜੀ ਜਗ੍ਹਾ ਤੇ ਜਾਏਗਾ ਉੱਥੇ ਫਿਰ ਤੋਂ ਇਸਨੇ ਕੀ ਕਰ ਲਿਆ, ਆਪਣੀ ਕਲੋਨੀ ਪੂਰੀ ਬਣਾ ਲਈ ਹੈ, ਤਾਂ ਇਹ ਸੈਕੰਡਰੀ ਟਿਊਮਰ ਹੋ ਗਿਆ। ਪ੍ਰਾਇਮਰੀ ਤੋਂ ਦੇਖੋ ਕਿਸੇ ਹੋਰ ਜਗ੍ਹਾ ਤੇ ਵੀ ਇਸਨੇ ਆਪਣਾ ਦਿਖਾਇਆ ਇਫੈਕਟ, ਤਾਂ ਇਹ ਕਿਹੜੇ ਵਾਲੀ ਹੈਗੀ ਹੈ, ਇਹ ਆਪਣੇ ਕੋਲ ਮੈਲਿਗਨੈਂਟ, ਮਤਲਬ ਬੋਡੀ ਦੇ ਇੱਕ ਪਾਰਟ ਤੋਂ ਕਿਸੇ ਦੂਜੇ ਪਾਰਟ ਨੂੰ ਵੀ ਇਫੈਕਟ ਕਰ ਸਕਦੀ ਹੈ ਔਰ ਉੱਥੇ ਜਾ ਕੇ ਵੀ ਕੈਂਸਰ ਦਾ ਰੂਪ ਲੈ ਸਕਦੀ ਹੈ, ਤਾਂ ਇਹ ਮੈਲਿਗਨੈਂਟ ਹੈ। ਸਭ ਡੇਂਜਰ ਕਿਹੜੀ ਵਾਲੀ ਹੈ, ਮੈਲਿਗਨੈਂਟ ਵਾਲੀ, ਇਹ ਮੋਸਟ ਡੇਂਜਰ ਹੈ। ਔਰ ਇਹ ਪ੍ਰੋਪਰਟੀ ਜਿਹੜੀ ਹੁੰਦੀ ਇੱਕ ਜਗ੍ਹਾ ਦੂਸਰੀ ਜਗ੍ਹਾ ਜਾਣਾ, ਇਸ ਨੂੰ ਮੈਟਾਸਟੈਸਿਸ ਕਹਿੰਦੇ ਆ।
ਜਿਹੜੀ ਕੈਂਸਰ ਇੱਕ ਪਾਰਟ ਬੋਡੀ ਪਾਰਟ ਤੋਂ ਸੈਕਿੰਡ ਤੱਕ ਪਹੁੰਚਦੀ ਹੈ, ਉਸਨੂੰ ਆਪਾਂ ਕਹਿੰਦੇ ਹਾਂ ਮੈਟਾਸਟੈਸਿਸ। ਨੈਕਸਟ ਆਪਣੇ ਕੋਲ ਕੈਂਸਰ ਕਿਹੜੇ ਕਿਹੜੇ ਹੈਗੀਆਂ, ਮੋਸਟਲੀ ਜਿਹੜੀਆਂ ਆਪਾਂ ਨੂੰ ਕੈਂਸਰ ਦਿਖਦੀਆਂ ਕਾਰਸੀਨੋਮਾ ਕੈਂਸਰ ਜਿਹੜੀ ਹੈ ਇਹ ਮੋਸਟਲੀ 85% ਜਿਹੜੀ ਕੈਂਸਰ ਦੀ ਜਿਹੜੀ ਟਾਈਪ ਹੈਗੀ ਹੈ ਉਹ ਇਹ ਵਾਲੀ ਹੋਏਗੀ, ਤੇ ਇਹਦੇ ਚ ਇਨਵੋਲਵ ਕਿਹੜੇ ਹੋਏਗੀ, ਐਪੀਥੀਲੀਅਲ ਟਿਸ਼ੂ ਦੀ ਜਿਹੜੀ ਕੈਂਸਰ ਹੈ। ਐਪੀਥੀਲੀਅਲ ਟਿਸ਼ੂ ਜਿਹੜੇ ਹੁੰਦੇ ਆ, ਐਪੀਥੀਲੀਅਲ ਟਿਸ਼ੂ ਦੀ ਜਿਹੜੀ ਕੈਂਸਰ ਹੈਗੀ ਹੈ ਉਸ ਨੂੰ ਆਪਾਂ ਕਹਿੰਦੇ ਆ ਕਾਰਸੀਨੋਮਾ। ਤਾਂ ਇਹ 85% ਜਿੰਨੇ ਵੀ ਟੋਟਲ ਕੈਂਸਰ ਹੈ ਕਿਸੇ ਵੀ ਤਰ੍ਹਾਂ ਦੇ, ਤੇ ਇਹ ਉੱਥੇ ਪਾਈ ਜਾਏਗੀ। ਐਪੀਥੀਲੀਅਲ ਟਿਸ਼ੂ ਕਿੱਥੇ ਹੁੰਦੇ ਆ, ਇਨਰ ਲਾਈਨਿੰਗ ਹੋ ਗਈ, ਜਿਹੜੇ ਅੰਦਰ ਵਾਲੇ ਆਰਗਨ ਹੈ, ਐਪੀਥੀਲੀਅਲ ਲਾਈਨਿੰਗ ਆਫ ਇੰਟਰਨਲ ਆਰਗਨ ਜਾਂ ਗਲੈਂਡ ਹੋ ਗਿਆ, ਜਿੱਦਾਂ ਬ੍ਰੇਨ ਕੈਂਸਰ, ਔਰਲ ਕੈਂਸਰ ਕਿਹੜੀ ਹੈ, ਐਪੀਥੀਲੀਅਲ, ਅੰਦਰ ਵਾਲੇ ਜਿਹੜੇ ਮੂੰਹ ਦੇ ਲਾਈਨਿੰਗ ਹੈ ਉਹ ਐਪੀਥੀਲੀਅਲ ਲਾਈਨਿੰਗ ਹੈ। ਗੈਸਟ੍ਰਿਕ ਕੈਂਸਰ ਜਿਹੜੀ ਪੇਟ ਦੇ ਜਿਹੜੇ ਅੰਦਰ ਵਾਲੀ ਲਾਈਨਿੰਗ ਹੈ ਉਹ ਐਪੀਥੀਲੀਅਲ ਦੀ ਹੈ। ਕੋਲੋਨਲ ਕੈਂਸਰ, ਲੰਗ ਕੈਂਸਰ, ਸਰਵਾਈਕਲ ਕੈਂਸਰ ਫੀਮੇਲ ਦੇ ਵਿੱਚ ਦੇਖਣ ਨੂੰ ਮਿਲੇਗੀ। ਅਡੀਨੋ ਕੈਂਸਰ ਇਹ ਵੀ ਇੱਕ ਤਰ੍ਹਾਂ ਦੀ ਕਿਹੜੀ ਹੈ, ਗਲੈਂਡ ਟਿਊਮਰ ਹੈ। ਬ੍ਰੈਸਟ ਕੈਂਸਰ ਇਹ ਫੀਮੇਲ 'ਚ ਦੇਖਣ ਨੂੰ ਮਿਲੇਗੀ। ਤੇ ਬ੍ਰੈਸਟ ਵਿੱਚ ਦੇਖੋ, ਲੇਡੀਜ਼ ਵਿੱਚ ਬ੍ਰੈਸਟ, ਵਰਲਡ ਦੀ ਅਗਰ ਗੱਲ ਕਰਦੇ ਹਾਂ ਵਰਲਡ ਲੈਵਲ ਤੇ, ਤਾਂ ਲੇਡੀਜ਼ ਵਿੱਚ ਬ੍ਰੈਸਟ, ਔਰ ਜਿਹੜੇ ਮੇਲ ਵਿੱਚ ਹੈ ਪ੍ਰੋਸਟੇਟ ਕੈਂਸਰ। ਪ੍ਰੋਸਟੇਟ ਕਿਹੜੀ ਹੈ, ਇਹ ਇੱਕ ਗਲੈਂਡ ਹੁੰਦੀ ਹੈ ਯੂਰੇਥਰਾ ਦੇ ਅਰਾਊਂਡ ਜਿਹੜੀ ਹੈਗੀ ਹੈ, ਮਤਲਬ ਲਿਟਰਲੀ ਸਾਈਡ ਤੇ ਕੀ ਹੋਏਗੀ, ਇੱਕ ਪੇਅਰ ਹੁੰਦਾ ਪ੍ਰੋਸਟੇਟ ਗਲੈਂਡ ਦਾ, ਉਸ ਦੇ ਰਿਲੇਟਡ ਵੀ ਕੈਂਸਰ ਹੈ। ਤਾਂ ਮੇਲ ਵਿੱਚ ਮੋਸਟਲੀ ਇਹ ਪ੍ਰੋਸਟੇਟ ਕੈਂਸਰ ਪਾਈ ਜਾਂਦੀ, ਉਹ ਫੀਮੇਲ ਦੇ ਵਿੱਚ ਬ੍ਰੈਸਟ ਕੈਂਸਰ। ਤੇ 21% ਜਿਹੜੀ ਹੈਗੀ ਹੈ ਲੰਗ ਕੈਂਸਰ ਅਕਾਊਂਟਸ for 21% of all the cancer death in a men's and 25% in women। ਅਗਰ ਮੋਸਟਲੀ ਕੈਂਸਰ ਆਪਾਂ ਦੇਖਿਆ ਤਾਂ ਕਿਹੜੇ ਵਾਲੀ ਹੈ, ਬ੍ਰੈਸਟ ਕੈਂਸਰ ਐਂਡ ਪ੍ਰੋਸਟੇਟ ਕੈਂਸਰ। ਲੇਕਿਨ ਜਿਹੜੀ ਡੈਥ ਦਾ ਮੇਨ ਮੇਜਰ ਕਾਰਨ ਹੈ ਉਹ ਲੰਗ ਕੈਂਸਰ ਹੈਗੀ ਹੈ। 21% 31.1% ਜਿਹੜੀ ਕੈਂਸਰ ਕਰਕੇ ਡੈਥ ਮੇਲ ਦੀ ਜਿਹੜੀ ਹੁੰਦੀ ਹੈ ਉਹ ਲੰਗ ਕੈਂਸਰ ਕਰਕੇ ਹੁੰਦੀ ਹੈ, ਔਰ ਲੰਗ ਕੈਂਸਰ ਕਰਕੇ 25% ਜਿਹੜੀਆਂ ਉਹ ਵੂਮਨ ਡੈਥ ਦਾ ਸ਼ਿਕਾਰ। ਨੈਕਸਟ ਹੈ ਸਰਵਿਕਲ ਕੈਂਸਰ ਅਗ ਇਨ ਫੀਮੇਲ, ਔਰਲ ਕੈਂਸਰ ਇਨ ਮੇਲ ਇਨ ਕਾਮਨ ਇੰਡੀਆ। ਇੰਡੀਆ ਦੀ ਗੱਲ ਕਰਦੇ ਹਾਂ ਤਾਂ ਉਸ ਸਰਵਾਈਕਲ ਕੈਂਸਰ, ਸਰਵਿਕਲ ਕੈਂਸਰ ਕਿਹਦੇ ਚ ਹੋਏਗੀ, ਫੀਮੇਲ ਵਿੱਚ, ਔਰ ਔਰਲ ਕੈਂਸਰ ਕਿੱਥੇ ਹੋਏਗੀ, ਮੇਲ ਦੇ ਵਿੱਚ। ਵਰਲਡ ਲੈਵਲ ਤੇ ਕਰੀ ਸੀ ਗੱਲ ਆਪਾਂ ਬ੍ਰੈਸਟ ਤੇ ਪ੍ਰੋਸਟੇਟ ਗਲੈਂਡ, ਔਰ ਮੋਸਟਲੀ ਜਿਹੜੀ ਕਾਊਂਟ ਦੀ ਗੱਲ ਡੈਥ ਦੀ ਦੇਖੀਏ ਆਪਾਂ ਤਾਂ ਉਹ ਲੰਗ ਕੈਂਸਰ ਕਰਕੇ ਹੋ ਰਹੀ ਹੈ। ਅਗਰ ਇੰਡੀਆ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਸਰਵਿਕਲ ਕੈਂਸਰ ਫੀਮੇਲ ਵਿੱਚ, ਔਰ ਔਰਲ ਕੈਂਸਰ ਕਿਹਦੇ ਚ ਹੈ, ਮੇਲ ਦੇ ਵਿੱਚ ਦੇਖਣ ਨੂੰ ਮਿਲੇ। ਅੱਗੇ ਹੈ ਮੈਲਨੋਮਾ ਸਕਿਨ ਦੀ ਜਿਹੜੀ ਕੈਂਸਰ ਹੋਏਗੀ ਉਹ ਕਿਹੜੇ ਕਰਕੇ ਹੋਏਗੀ, ਕਾਰਸੀਨੋਮਾ ਹੀ ਹੋਏਗੀ। ਨੈਕਸਟ ਹੈ ਆਪਣੇ ਕੋਲ ਸਾਰਕੋਮਾ ਦੂਜੇ ਨੰਬਰ ਵਾਲੀ। ਪਹਿਲਾਂ ਆਪਾਂ ਕਾਰਸੀਨੋਮਾ ਦੇਖੀ, ਸਾਰਕੋਮਾ ਕੈਂਸਰ ਹੋਏਗੀ ਮੇਜ਼ੋਡਰਮਲ ਟਿਸ਼ੂ, ਜਿੱਦਾਂ ਬੋਨ ਹੋ ਗਿਆ, ਫੈਟ ਐਂਡ ਕਾਰਟਿਲੇਜ, ਇਹ ਮੇਜ਼ੋਡਰਮਲ ਜਿਹੜੀ ਹੋਏਗੀ ਉਸ ਨੂੰ ਆਪਾਂ ਕਹਿੰਦੇ ਸਾਰਕੋਮਾ। ਔਰ ਇਹ ਸਿਰਫ ਟੋਟਲ ਜਿੰਨੇ ਵੀ ਪੇਸ਼ੈਂਟ ਹੁੰਦੇ 1% ਪੇਸ਼ੈਂਟ ਹੀ ਹੁੰਦੇ ਜਿਸ ਨੂੰ ਆਪਣਾ ਸਾਰਕੋਮਾ ਹੁੰਦੇ ਆ। ਬੋਨ ਕੈਂਸਰ, ਮਸਲ ਕੈਂਸਰ ਤੇ ਲਿੰਫ ਨੋਡ ਕੈਂਸਰ, ਜਿਸ ਦਾ ਨਾਮ ਹੈ ਸਪੈਸ਼ਲੀ ਬੋਨ ਕੈਂਸਰ ਨੂੰ ਕਹਿੰਦੇ ਓਸਟੀਓਸਾਰਕੋਮਾ, ਮਸਲ ਨੂੰ ਕਹਿੰਦੇ ਮਾਈਜ਼ੋਸਾਰਕੋਮਾ, ਮੀਓਸਾਰਕੋਮਾ, ਔਰ ਲਿੰਫ ਨੋਡ ਨੂੰ ਕਹਿੰਦੇ ਲਿੰਫੋਸਾਰਕੋਮਾ। ਤਾਂ ਥਰਡ ਵਾਲੀ ਕੈਂਸਰ ਹੈ ਲਿਊਕੀਮੀਆ ਜਾਂ ਬਲੱਡ ਕੈਂਸਰ। ਤਾਂ ਇਹਦੇ ਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਵਾਈਟ ਬਲੱਡ ਸੈੱਲ ਜਿਹੜੇ ਹੈਗੇ ਆ ਉਸ ਦਾ ਕਾਊਂਟ ਇੰਕਰੀਜ਼ ਹੋ ਜਾਂਦਾ, ਜਿਸ ਕਰਕੇ ਆਪਾਂ ਕਹਿੰਦੇ ਆ WBC ਜਾਂ ਲਿਊਕੀਮੀਆ ਹੁੰਦਾ ਬਲੱਡ ਕੈਂਸਰ, ਜਿਸ ਦੇ ਵਿੱਚ WBC ਦਾ ਕਾਊਂਟ ਵੱਧ ਜਾਂਦਾ। ਤੇ ਦੋ ਤਰ੍ਹਾਂ ਦੀ, ਇੱਕ ਕ੍ਰੋਨਿਕ ਮਾਈਲੋਜੈਨਸ ਲਿਊਕੀਮੀਆ ਤੇ ਦੂਸਰੀ ਹੈ ਬਰਕਿਟਸ ਲਿੰਫੋਮਾ। ਤੇ ਇਹਦੇ ਵਿੱਚ ਦੇਖੋ ਪਹਿਲਾਂ ਅਗਰ ਸਪੋਜ਼ ਕਰੋ 8 ਤੇ 22 ਆ 9 ਨੰਬਰ ਦਾ ਕ੍ਰੋਮੋਸੋਮ, ਆ ਕਿਹੜੇ ਵਾਲਾ ਹੈਗਾ 22 ਵਾਲਾ। ਤਾਂ ਇਹਦੀ ਕੁਝ ਜੀਨ ਉੱਪਰ ਕੇ ਕਿੱਥੇ ਚਲੀਆਂ ਜਾਂਦੀਆਂ, ਐਸ ਤੇ ਆ ਜਾਂਦੀਆਂ, ਔਰ ਇਹਦੀਆਂ ਕੁਝ ਜੀਨ ਉੱਤਰ ਕੇ ਇੱਧਰ ਚਲੀਆਂ ਜਾਂਦੀਆਂ। ਇਹ ਕੀ ਹੋ ਗਿਆ ਆਪਣੇ ਕੋਲ, ਰਿਵਰਸ ਟ੍ਰਾਂਸਲੋਕੇਸ਼ਨ ਹੋ ਗਈ ਹੈ ਕੁਝ ਜੀਨਸ ਦੀ, ਜਿਸ ਕਰਕੇ ਇਹ ਵਾਲੀ ਕੈਂਸਰ ਜਿਹੜੀ ਹੈਗੀ ਹੈ ਇਹ ਪ੍ਰੋਡਿਊਸ ਹੁੰਦੀ ਹੈ। ਤੇ ਦੂਜੇ ਬਰਕਿਟਸ ਲਿੰਫੋਮਾ ਕਿਸ ਕਰਕੇ ਹੋ ਰਿਹਾ, ਉਹ 8 ਨੰਬਰ ਤੇ 14 ਨੰਬਰ ਦੇ ਟ੍ਰਾਂਸਲੋਕੇਸ਼ਨ ਹੋਈ ਕ੍ਰੋਮੋਸੋਮ ਦੇ ਉੱਪਰ। 8 ਤੇ 14 ਦੇ ਵਿੱਚ ਕੁਝ ਜੀਨ ਉੱਤਰ ਕੇ 14 ਤੇ ਗਈਆਂ ਚਲੀਆਂ, ਔਰ 14 ਵਾਲੇ ਤੋਂ ਉੱਤਰ ਕੇ ਕੁਝ ਜੀਨਸ ਕਿੱਥੇ ਆ ਗਈਆਂ, 8 ਤੇ ਆ ਗਈਆਂ।
ਜਿਸ ਕਰਕੇ ਇਹ ਬਰਕਿਟਸ ਲਿਫੋਮਾ ਹੋਇਆ। ਦੋਨੋਂ ਦਾ ਪ੍ਰੋਸੈਸ ਸੇਮ ਹੈ, ਬਸ ਕ੍ਰੋਮੋਜ਼ੋਮ ਡਿਫਰੈਂਟ ਹੋਣ ਕਰਕੇ ਉਸਨੂੰ ਨੇਮ ਅਲੱਗ-ਅਲੱਗ ਦੇ ਰੱਖੇ। ਹੁਣ ਹੁੰਦਾ ਕਿੱਦਾਂ, ਹਰੇਕ ਸੈੱਲ ਜਿਹੜਾ ਹੋਏਗਾ ਨੋਰਮਲ ਸੈੱਲ, ਉਸਦੇ ਕੋਲ ਦੋ ਜੀਨਸ ਹੁੰਦੀਆਂ, ਇੱਕ ਪ੍ਰੋਟੋ ਓਂਕੋਜੀਨ ਤੇ ਦੂਸਰਾ ਹੈ ਟਿਊਮਰ ਸੁਪਰੈਸਰ ਜੀਨ। ਇੱਕ ਨੋਰਮਲ ਸੈੱਲ ਜਦੋਂ ਗਰੋਥ ਕਰਦਾ ਤਾਂ ਉਸਦੀ ਪ੍ਰੋਟੋ ਓਂਕੋਜੀਨ ਜਿਹੜੀ ਹੈਗੀ ਹੈ ਉਹ ਰੈਗੂਲੇਟ ਕਰੇਗੀ, ਔਰ ਟਿਊਮਰ ਸੁਪਰੈਸਰ ਜੀਨ ਦੋਨੋਂ ਹੀ ਇੱਕ ਦੂਜੇ ਨਾਲ ਬੈਲੈਂਸ ਬਣਾ ਕੇ ਚੱਲਦੀਆਂ ਔਰ ਇੱਕ ਨੋਰਮਲ ਸੈੱਲ ਬਣਦਾ, ਨੋਰਮਲ ਸੈੱਲ ਫਾਰਮ ਹੋ ਰਿਹਾ। ਅਗਰ ਪ੍ਰੋਟੋ ਓਂਕੋਜੀਨ ਕੰਮ ਕਰੇ ਲੇਕਿਨ ਸੁਪਰੈਸਰ ਜੀਨ ਕੰਮ ਨਾ ਕਰੇ ਤਾਂ ਫਿਰ ਉਹਦੇ ਨਾਲ ਕੀ ਹੋ ਜਾਏਗਾ, ਪ੍ਰੋਟੋ ਓਂਕੋਜੀਨ ਗਰੋਥ ਨੂੰ ਮਿਟੋਟਿਕ ਡਿਵੀਜ਼ਨ ਕਰਾ ਰਹੀ ਹੈ ਔਰ ਅਨਡਿਫਰੈਂਸ਼ੀਏਟ ਸੈੱਲ ਉੱਥੋਂ ਕੀ ਹੋ ਰਿਹਾ, ਪ੍ਰੋਡਿਊਸ ਹੋ ਰਿਹਾ। ਇਦਾਂ ਬਹੁਤ ਸਾਰੇ ਸੈੱਲ ਕੀ ਹੁੰਦੇ ਹਨ ਕਿ ਪ੍ਰੋਡਿਊਸ ਹੁੰਦੇ ਹਨ, ਕਿਉਂਕਿ ਸੁਪਰੈਸਰ ਜੀਨ ਕੰਮ ਨਹੀਂ ਕਰੇਗੀ ਸੈੱਲ ਦੀ। ਹਰੇਕ ਸੈੱਲ ਦੇ ਵਿੱਚ ਦੋ ਫੀਚਰ ਹੁੰਦੇ, ਪ੍ਰੋਟੋ ਓਂਕੋਜੀਨ ਤੇ ਟਿਊਮਰ ਸੁਪਰੈਸਰ ਜੀਨ। ਅਗਰ ਦੋਨੋਂ ਬੈਲੈਂਸ ਬਣਾ ਕੇ ਚੱਲ ਰਹੀਆਂ ਤਾਂ ਨਾਰਮਲ ਸੈੱਲ ਪ੍ਰੋਡਕਸ਼ਨ ਹੋਏਗੀ। ਅਗਰ ਇੱਕ ਜੀਨ ਐਕਟਿਵ ਜ਼ਿਆਦਾ ਹੋਗੀ, ਆ ਹਾਈਪਰ ਐਕਟਿਵ ਹੈ, ਆ ਕੀ ਹੋ ਗਈ ਹੈ, ਇਹ ਇਨਐਕਟਿਵ ਹੋ ਗਈ ਹੈ, ਤਾਂ ਇਹਦੇ ਹਾਈਪਰ ਐਕਟਿਵ ਹੋਣ ਕਰਕੇ ਕੀ ਹੋਣਗੇ, ਅਬਨੋਰਮਲ ਡਿਵੀਜ਼ਨ ਹੋਣੀਆਂ ਸ਼ੁਰੂ ਹੋ ਜਾਣਗੀਆਂ, ਜਿਸ ਕਰਕੇ ਟਿਊਮਰ ਪ੍ਰੋਡਿਊਸ ਹੋ ਜਾਂਦਾ। ਇਹ ਰੀਜ਼ਨ। ਔਰ ਜਿਹੜੇ ਪ੍ਰੋਟੋਜੀਨ ਨੂੰ ਆਪਾਂ ਓਂਕੋਜੀਨ ਵੀ ਕਹਿੰਦੇ ਹਾਂ, ਪ੍ਰੋਟੋ ਓਂਕੋਜੀਨ। ਹੁਣ ਦੇਖੋ ਆਪਣੇ ਕੋ ਜੀਨ ਦੈਟ ਇਨਹਿਬਿਟ ਦੀ ਸੈਲੂਲਰ ਪ੍ਰੋਲੀਫਰੇਸ਼ਨ, ਜਿਹੜੀ ਜੀਨ ਹੋਏਗੀ ਜਿਹੜੀ ਸੈਲੂਲਰ ਪ੍ਰੋਲੀਫਰੇਸ਼ਨ ਰੋਕੇਗੀ, ਉਹਦੀ ਗਰੋਥ ਜਿਹੜੀ ਹੋਗੀ ਅਨਵਾਂਟਡ ਗਰੋਥ ਰੋਕੇਗੀ, ਉਸਨੂੰ ਟਿਊਮਰ ਸਪਰੈਸਰ ਸੈੱਲ ਕਹਿੰਦੇ। ਔਰ ਜੀਨ ਦੈਟ ਰੈਗੂਲੇਟ ਪ੍ਰੋਲੋਂਗ ਸੈਲ ਡੈਥ, ਇੱਕ ਸੁਸਾਈਡਲ ਜੀਨ ਵੀ ਹੁੰਦੀ ਹੈ ਜਿਹੜੀ ਇਨਫੈਕਟਡ ਸੈੱਲ ਹੋਏਗਾ ਉਸ ਦੀ ਡੈਥ ਕਰਾਏਗੀ। ਉਸ ਦੇ ਵਿੱਚ ਕੀ ਹੁੰਦਾ, ਹਰੇਕ ਸੈੱਲ ਦੇ ਵਿੱਚ ਸੁਸਾਈਡਲ ਜੀਨ ਵੀ ਹੁੰਦੀ ਹੈ, ਜਿਹੜਾ ਸੈੱਲ ਐਬਨੋਰਮਲੀ ਗਰੋਥ ਕਰੇਗਾ ਉਸ ਦੀ ਜਿਹੜੀ ਸੁਸਾਈਡ ਜੀਨ ਹੈ ਉਸ ਨੂੰ ਖਤਮ ਕਰੇਗੀ। ਔਰ ਜਿਹੜੇ ਸੈੱਲ ਹੋਣਗੇ ਕੈਂਸਰੇਸਿਸ ਸੈੱਲ, ਉਹ ਕੰਟੈਕਟ ਇਨਹਿਬਿਟਰ ਜਿਹੜਾ ਫਨੋਮਨਾ ਉਹ ਸ਼ੋ ਨਹੀਂ ਕਰਦੇ, ਆਪਾਂ ਆਲਰੇਡੀ ਦੱਸ ਕੇ ਆਏ ਹਾਂ। ਹੁਣ ਕਾਰਸੀਨੋਜਨ ਹੋਣ ਦਾ ਕਾਰਨ ਕੀ ਹੈ, ਕਾਰਸੀਨੋਜਨ ਹੋਣ ਦਾ ਕਾਰਨ ਕੀ ਹੈ, ਤਾਂ ਇਹਦੇ ਵਿੱਚ ਦੇਖੋ ਰੇਡੀਏਸ਼ਨ ਕਿਹੜੇ ਵਾਲੀਆਂ, ਇੱਕ ਹੋਏਗੀ ਆਪਣੇ ਕੋਲ ਆਇਨਾਈਜ਼ਿੰਗ ਦੇ ਵਿੱਚ ਕਿਹੜੀਆਂ ਆਉਣਗੀਆਂ, ਐਕਸ-ਰੇ ਤੇ ਗਾਮਾ ਰੇਜ਼। ਇਹ ਜਿਹੜੀਆਂ ਹੁੰਦੀਆਂ ਇਹ ਆਇਨਾਈਜ਼ਿੰਗ ਹੋਣਗੀਆਂ, ਜਿਹੜੇ ਡੀਐਨਏ ਦੇ ਵਿੱਚ ਮਿਊਟੇਸ਼ਨ ਕਰਾਉਣਗੀਆਂ। ਇਹ ਆਇਨਾਈਜ਼ਿੰਗ ਹੈ, ਡੀਐਨਏ ਦਾ ਡੈਮੇਜ ਕਰਨਗੀਆਂ, ਜੈਨੇਟਿਕ ਮਟੀਰੀਅਲ ਦੇ ਵਿੱਚ ਮਿਊਟੇਸ਼ਨ ਕਰਾਉਣਗੀਆਂ, ਮਿਊਟੇਸ਼ਨ ਕਰਕੇ ਕੈਂਸਰ ਪੈਦਾ ਹੋਣੀ ਸ਼ੁਰੂ ਹੋ ਜਾਏਗੀ। ਜੀਨ ਦੀ ਮਿਊਟੇਸ਼ਨ ਹੋਈ, ਹੋ ਸਕਦਾ ਹੈ ਸੁਸਾਈਡਲ ਜੀਨ ਜਾਂ ਟਿਊਮਰ ਸਪਰੈਸਰ ਜੀਨ ਨੂੰ ਕੀ ਕਰਾ ਦੇਣ, ਇਨਐਕਟਿਵ ਕਰ ਦੇਣ, ਜਿਸ ਨਾਲ ਇਹ ਇਫੈਕਟ ਹੋਣਾ ਸ਼ੁਰੂ ਹੋ ਜਾਂਦਾ, ਕੈਂਸਰ ਸੈੱਲ ਪ੍ਰੋਡਿਊਸ ਹੋ ਜਾਂਦੇ ਆ। ਨੋਨ ਆਇਨਾਈਜ਼ਿੰਗ ਜਿੱਦਾਂ ਯੂਵੀ ਹੋ ਗਿਆ, ਯੂਵੀ ਵੀ ਕੀ ਹੋ ਸਕਦਾ ਹੈ, ਜਿਹੜੇ ਨਾਰਮਲ ਸੈੱਲ ਹੈ ਉਸਦੇ ਟਿਊਮਰ ਸਪਰੈਸਰ ਜੀਨ ਨੂੰ ਅਗਰ ਇਨਐਕਟਿਵ ਕਰ ਦੇ ਤਾਂ ਉਸ ਦੇ ਨਾਲ ਵੀ ਕੀ ਹੋ ਸਕਦਾ, ਕੈਂਸਰ ਹੋਣਾ ਸ਼ੁਰੂ ਹੋ ਜਾਏਗਾ। ਨੈਕਸਟ ਹੈ ਕੈਮੀਕਲ ਫੈਕਟਰ ਜਿੱਦਾਂ ਆਪਣੇ ਤੰਬਾਕੂ, ਸਮੋਕ, ਇਹ ਵੀ ਕੀ ਹੁੰਦੇ, ਲੰਗ ਕੈਂਸਰ ਦਾ ਕਾਰਨ ਬਣਦੇ ਆ। ਤੰਬਾਕੂ ਐਂਡ ਬੀਟਲ ਚਾਊਮਿੰਗ ਔਰਲ ਕੈਂਸਰ ਦਾ ਕਾਰਨ ਹੈ। ਨੈਕਸਟ ਹੈਵੀ ਸਮੋਕਿੰਗ ਐਨ ਨਾਈਟ੍ਰੋ ਸੋਡੀਅਮ ਮਿਥਾਈਲਿਨ, ਇਹ ਵੀ ਔਰਲ ਕੈਂਸਰ ਦਾ ਕਾਰਨ ਹੈ। ਲੈਰਿੰਗਸ ਐਂਡ ਲੰਗ ਕੈਂਸਰ, ਇਹ ਸਾਰੇ ਇਹ ਕੈਮੀਕਲ ਯਾਦ ਰੱਖ ਲਿਓ। ਹੈਵੀ ਸਮੋਕਿੰਗ ਕਰਕੇ ਕਿਹੜੇ ਵਾਲਾ ਕੈਮੀਕਲ ਹੁੰਦਾ ਹੈਗਾ, ਐਨ ਨਾਈਟ੍ਰੋ ਸੋਡੀ ਮਿਥਾਈਲਿਨ ਨਾਮ ਦਾ ਹੈ ਕੈਮੀਕਲ। ਔਰ ਹਾਰਮੋਨਲ ਇੰਬੈਲੈਂਸ, ਐਸਟ੍ਰੋਜਨ ਜਿਹੜਾ ਹੋਏਗਾ, ਅਗਰ ਐਸਟ੍ਰੋਜਨ ਇੰਬੈਲੈਂਸ ਹੋਇਆ ਤਾਂ ਫੀਮੇਲ ਦੇ ਵਿੱਚ ਬ੍ਰੈਸਟ ਕੈਂਸਰ ਦਾ ਖਤਰਾ ਬਣ ਜਾਂਦਾ। ਇਹ ਯਾਦ ਰੱਖਣਾ ਕਿ ਐਸਟ੍ਰੋਜਨ ਮੇਨ ਕਾਰਨ ਕੀ ਹੈਗਾ ਕੈਂਸਰ ਦਾ, ਜਿਹੜੇ ਬ੍ਰੈਸਟ ਕੈਂਸਰ ਹੈ, ਐਸਟ੍ਰੋਜਨ। ਤਾਂ ਯੂਰੀਨਰੀ ਬਲੈਡਰ ਜਿਹੜਾ ਹੋਏਗਾ, ਡਾਈ ਵਰਕਰ ਜਿਹੜੇ ਹੋਣਗੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ। ਫਿਜ਼ੀਕਲ ਫੈਕਟਰ ਕਿਹੜੇ ਕਿਹੜੇ ਹੈਗੇ ਆ, ਸ਼ਾਰਪ ਟਿਥ ਜਿਹੜੇ ਹੈਗੇ ਆ ਕਾਜ਼ ਟੰਗ ਕੈਂਸਰ। ਇਹ ਵੀ ਦੇਖੋ ਆਪਣੇ ਬੋਡੀ ਦਾ ਹੀ ਇੱਕ ਪਾਰਟ ਹੈ, ਸ਼ਾਰਪ ਟਿਥ ਜਿਹੜੇ ਹੈਗੇ ਟੰਗ ਕੈਂਸਰ ਕ੍ਰੀਏਟ ਕਰਦੇ ਆ। ਤਾਂ ਕਸ਼ਮੀਰ ਦੇ ਵਿੱਚ ਨਾ ਉਹ ਇੱਕ ਸ਼ਿਪ ਦਾ ਸਪੈਸ਼ਲੀ ਲਗਾ ਕੇ ਰੱਖਦੇ ਆ, ਕਸ਼ਮੀਰੀ ਪੀਪਲ ਕੀਪ ਕੰਗਰੀ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਸ਼ਾਲ ਕਹਿ ਦਿੰਦੇ ਆ ਉਦਾਂ ਦੇ ਕੰਗਰੀ ਕਲੋਜ਼ ਟੂ ਸਕਿਨ that causes skin cancer. Skin cancer is called ਕੰਗਰੀ ਕੈਂਸਰ, ਕਿਉਂਕਿ ਉਹ ਇੱਕ ਸ਼ਾਲ, ਇੱਕ ਪਸ਼ਮੀਨਾ ਉਹ ਯੂਜ਼ ਕਰਦੇ ਜਿਸ ਕਰਕੇ ਉਹਨਾਂ ਦੀ ਸਕਿਨ ਅਫੈਕਟਡ ਹੁੰਦੀ ਹੈ। ਤਾਂ ਇਹ ਕੰਗਰੀ ਜਿਹੜੀ ਹੈਗੀ ਆ ਉਹ ਕੱਪੜਾ ਹੀ ਇਦਾਂ ਦਾ ਹੈ, ਤਾਂ ਇਸ ਲਈ ਉਸ ਨੂੰ ਕੱਪੜੇ ਤੋਂ ਫੈਲਦਾ, ਤੇ ਕੱਪੜੇ ਨੂੰ ਹੀ ਆਪਾਂ ਕੀ ਕਹਿ ਦਿੰਦੇ ਆ, ਕੰਗਰੀ ਕੈਂਸਰ। ਉਸ ਕੱਪੜੇ ਤੋਂ ਹੀ ਉਸ ਦਾ ਨਾਮ ਰੱਖਿਆ ਗਿਆ ਕੰਗਰੀ ਕੈਂਸਰ। ਬਾਇਓਲੋਜੀਕਲ ਫੈਕਟਰ ਕਿਹੜੇ ਹੋ ਸਕਦੇ ਆ,
ਓਂਕੋਜੈਨਿਕ ਵਾਇਰਸ। ਓਂਕੋਜੈਨਿਕ ਵਾਇਰਸ ਕਿਹੜੇ ਵਾਲੇ ਹੈਗੇ ਆ? HIV, ਜਿਹੜੇ ਆਪਾਂ ਹੁਣੇ ਹੀ ਕਰਕੇ ਆਏ ਆ। ਓਂਕੋਜੈਨਿਕ ਵਾਇਰਸ ਕਿਹੜੇ ਵਾਲੇ ਸੀਗੇ? ਜਿੱਦਾਂ HIV ਵਾਇਰਸ ਅਗਰ ਜ਼ਿਆਦਾ ਹੋ ਜਾਏ ਤਾਂ ਉਹ ਵੀ ਓਂਕੋਜੈਨਿਕ ਵਾਇਰਸ ਦੀ ਤਰ੍ਹਾਂ ਕੰਮ ਕਰਦਾ। ਤਾਂ ਇੱਥੇ HIV ਕਰਕੇ ਵੀ ਇਹ ਹੁੰਦੀ ਗਈ ਹੈ। ਹੁਣ ਨੈਕਸਟ ਹੈ ਕੈਂਸਰ ਡਿਟੈਕਟੇਸ਼ਨ। ਕਿਹੜੇ ਵੱਲ ਹੁੰਦੀ? ਸਭ ਤੋਂ ਪਹਿਲਾਂ ਬਲੱਡ ਐਗਜ਼ਾਮੀਨੇਸ਼ਨ ਟੈਸਟ ਹੁੰਦਾ। WBC ਦਾ ਕਾਊਂਟ ਚੈੱਕ ਕਰਿਆ ਜਾਏਗਾ। ਅਗਰ ਇੰਕਰੀਜ਼ ਹੈ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਨੇ? ਕੈਂਸਰ ਹੈ। डिटेक्शन ऑफ ट्यूमर मार्कर लाइक अल्फा फीटोप्रोटीन, और दूसरा है लिवर कैंसर चेक करनी है तो PSA अल्फा फीटोप्रोटीन लिवर कैंसर ਨੂੰ ਚੈੱਕ ਕਰਨ ਲਈ ਹੋਏਗਾ, ਔਰ PSA प्रोस्टेट स्पेसिफिक एंटीजन प्रोस्टेट कैंसर ਨੂੰ ਚੈੱਕ ਕਰਨ ਵਾਸਤੇ ਹੋਏਗਾ। PSA प्रोस्टेट स्पेसिफिक एंटीजन ਤਾਂ ਅਲਫਾ ਫੀਟੋਪ੍ਰੋਟੀਨ ਲਿਵਰ ਕੈਂਸਰ ਨੂੰ ਚੈੱਕ ਕਰਨ ਲਈ ਯੂਜ਼ ਕਰਿਆ ਜਾਂਦਾ। ਤਾਂ ਨੈਕਸਟ ਆਪਣੇ ਕੋਲ ਇਸ ਤੋਂ ਇਲਾਵਾ ਹੋਰ ਵੀ ਟੈਸਟ ਆਪਾਂ ਯੂਜ਼ ਕਰਦੇ ਹਾਂ। ਹਿਸਟੋਪੈਥੋਲੋਜੀਕਲ ਸਟੱਡੀ ਜਿਹੜੀ ਹੈਗੀ ਹੈ ਇਹ ਵੀ ਕੈਂਸਰ ਨੂੰ ਹੀ ਸਟੱਡੀ ਕਰਨ ਲਈ ਕਰੀ ਜਾਂਦੀ ਹੈ ਕਿ ਕੈਂਸਰ ਹੈ ਜਾਂ ਨਹੀਂ। ਇਹਦੇ ਵਿੱਚ ਜਿਹੜਾ ਸਸਪੈਕਟਡ ਟਿਸ਼ੂ ਹੋਏਗਾ, ਇੱਕ ਬੋਡੀ ਦੇ ਵਿੱਚੋਂ ਸਸਪੈਕਟਡ ਟਿਸ਼ੂ ਨੂੰ ਕੱਟ ਕਰਕੇ ਉਸ ਦੀ ਸਾਰੀ ਨੌਲੇਜ ਲਈ ਜਾਏਗੀ। ਸਪੋਜ਼ ਕਰੋ ਕਿਸੇ ਬੋਡੀ ਪਾਰਟ ਦੇ ਵਿੱਚ ਹੈ, ਕਿਸੇ ਟਿਸ਼ੂ ਨੂੰ ਆਪਾਂ ਨੂੰ ਲੱਗ ਰਿਹਾ ਤਾਂ ਆਹ ਟਿਸ਼ੂ ਨੂੰ ਕੀ ਕਰਿਆ ਜਾਏਗਾ? ਵਿੱਚੋਂ ਕੱਟ ਕਰਕੇ ਤਾਂ ਇਸ ਦੀ ਹੀ ਪੂਰੀ ਸਟੱਡੀ ਕਰੀ ਜਾਏਗੀ ਕਿ ਇਸ ਦੇ ਵਿੱਚ ਅਬਨੋਰਮਲ ਗਰੋਥ ਤਾਂ ਨਹੀਂ ਹੋ ਰਹੀ ਜਾਂ ਕਿੱਦਾਂ। ਤਾਂ ਇਹ ਜਿਹੜਾ ਇੱਕ ਖਾਸ ਸਪੈਸੀਫਿਕ ਟਿਸ਼ੂ ਨੂੰ ਹੀ ਕੱਟ ਕਰਕੇ ਆਪਾਂ ਉਸ ਦੀ ਸਟੱਡੀ ਕਰਾਂਗੇ ਤਾਂ ਉਸ ਨੂੰ ਆਪਾਂ ਕੀ ਕਹਾਂਗੇ? ਆਪਣਾ ਹਿਸਟੋਪੈਥੋਲੋਜੀ ਸਟੱਡੀ। ਜਾਂ ਕਿਸੇ ਫਲੂਇਡ ਨੂੰ ਨਿਕਾਲਣਾ, ਉਹ ਦੇਖਦੇ ਆਪਾਂ। ਹਿਸਟੋਪੈਥੋਲੋਜੀ ਇਨ ਬਾਇਓ biopsy, a piece of a suspected tissue cut into thin section, stain and examined the under microscope. Histopathological study, histopathological study tissue ਨੂੰ ਕੱਟ ਕਰਕੇ ਮਾਈਕਰੋਸਕੋਪ ਦੇ ਵਿੱਚ ਉਸ ਨੂੰ ਚੈੱਕ ਕਰਿਆ ਜਾਏਗਾ। ਦੂਸਰਾ FNAC fine needle aspiration cytology, ਜਿਹੜਾ ਟਿਸ਼ੂ ਹੋਏਗਾ ਉੱਥੋਂ ਫਲੂਇਡ ਨੂੰ ਕਲੈਕਟ ਕਰਿਆ ਜਾਏਗਾ। ਫਲੂਇਡ ਕਲੈਕਟਡ ਫਰੋਮ ਟਿਊਮਰ, ਜਿੱਥੇ ਟਿਊਮਰ ਹੈ ਉੱਥੋਂ ਫਲੂਇਡ ਨੂੰ ਫਿਲਡ ਕਰਕੇ ਉਸਦੀ ਜਿਹੜੀ ਹੋਏਗੀ ਟੈਸਟਿੰਗ। ਜਿੱਦਾਂ ਬ੍ਰੈਸਟ ਸਿਸਟ ਹੈ, ਇਹ ਇਹਦੇ ਦੁਆਰਾ ਹੀ ਚੈੱਕ ਕਰਿਆ ਜਾਂਦਾ। ਬ੍ਰੈਸਟ ਸਿਸਟ ਐਂਡ ਐਗਜ਼ਾਮਿਨਡ ਫਾਰ ਦੀ ਪ੍ਰੈਜ਼ੈਂਸ ਆਫ ਕੈਂਸਰ, ਤਾਂ ਫਲੂਇਡ ਨੂੰ ਫਿਲ ਕਰਕੇ FNAC ਨੂੰ ਚੈੱਕ ਕਰਿਆ। ਇਹ ਇੱਕ ਤਕਨੀਕ ਹੈ FNAC ਫਾਈਨ ਨੀਡਲ ਐਸਪੀਰੇਸ਼ਨ ਸਾਈਟੋਲੋਜੀ। ਸਾਈਟੋਲੋਜੀ ਤੋਂ ਹੀ ਇਹ ਕਲੀਅਰ ਹੈ ਕਿ ਫਲੂਇਡ ਨੂੰ ਹੀ ਆਪਾਂ ਲੈਣਾ। ਨੈਕਸਟ ਆਪਣੇ ਕੋਲ ਪੈਪਸਮੀਰ। ਪੈਪਸਮੀਰ ਦੇ ਵਿੱਚ ਸਰਵੀਕਲ ਕੈਂਸਰ ਨੂੰ ਚੈੱਕ ਕਰਨ ਲਈ ਯੂਜ਼ ਕਰਿਆ ਜਾਂਦਾ। ਤਾਂ ਸਲਾਈਡ ਪ੍ਰਿਪੇਅਰ ਫਾਰ ਸਰਵੀਕਲ ਫਲੂਇਡ, ਸਲਾਈਡ ਦੇ ਉੱਪਰ ਸਰਵੀਕਲ ਫਲੂਇਡ ਨੂੰ ਰੱਖ ਕੇ ਉਸ ਦੀ ਚੈੱਕ ਕਰਿਆ ਜਾਏਗਾ। ਨੈਕਸਟ ਹੈ ਰੇਡੀਓਥੈਰੇਪੀ। ਰੇਡੀਓਗ੍ਰਾਫੀ, ਰੇਡੀਓਗ੍ਰਾਫੀ ਜੋ ਆਪਾਂ CT ਸਕੈਨ, ਐਕਸਰੇ, ਇਹ ਸਾਰੀ ਚੀਜ਼ ਯੂਜ਼ ਕਰਦੇ ਹਾਂ। ਤਾਂ CT ਸਕੈਨ ਹੋ ਗਿਆ, ਐਕਸਰੇ, ਜਨਰੇਟਡ 3D ਇਮੇजेस ਆਫ ਦ ਇੰਟਰਨਲ ਆਫ ਐਨ ਆਬਜੈਕਟ। ਇੰਟਰਨਲ ਔਰਗਨ ਜਿਹੜੇ ਹੈਗੇ ਆ ਉਸ ਦੀ ਜਿਹੜੀ 3D ਸਕਰੀਨ ਜਾਂ ਇਮੇਜ ਜਿਹੜੀ ਬਣਾਉਣਗੇ, ਉਹ ਬਣਾਉਣਗੇ ਦੋਸਤੋ ਆਪਾਂ ਕੈਂਸਰ ਦੀ ਡਿਟੈਕਸ਼ਨ ਕਰ ਸਕਦੇ ਹਾਂ, ਡਿਟੈਕਟ ਕਰ ਸਕਦੇ ਹਾਂ। MRI ਵੀ ਇੱਕ ਤਕਨੀਕ ਹੈ ਰੇਡੀਓਗ੍ਰਾਫੀ ਦੀ। ਇਹ ਸਾਰੇ ਰੇਡੀਓਗ੍ਰਾਫੀ ਦੇ ਫੀਚਰ ਹੈ। ਮਾਡਰਨ ਟੈਕਨੀਕ ਦੇ ਵਿੱਚ ਕੀ ਆਪਾਂ ਐਂਟੀਬਾਡੀ ਅਗੇਂਸਟ ਕੈਂਸਰ ਸਪੈਸੀਫਿਕ ਐਂਟੀਜਨ ਆਰ ਯੂਜ਼ਡ ਫॉर ਡਿਟੈਕਸ਼ਨ ਆਫ ਏ ਸਰਟਨ ਕੈਂਸਰ। ਇਹ ਸਾਰੇ ਵੇ ਦੇ ਰੱਖਿਆ। ਇਹਦੇ ਵਿੱਚ ਜੋ ਹਿਸਟੋਪੈਥੋਲੋਜੀ ਪੁੱਛ ਸਕਦੇ ਆ ਕਿਸ ਨਾਲ ਰਿਲੇਟਡ ਹੈ, ਪੈਪਸਮੀਰ ਪੁੱਛ ਸਕਦੇ, ਰੇਡੀਓਗ੍ਰਾਫੀ ਕਿਸ ਨਾਲ ਰਿਲੇਟਡ ਹੈਗੀ ਹੈ ਕਿ ਕੈਂਸਰ ਨੂੰ ਡਿਟੈਕਟ ਕਰਨ ਲਈ ਯੂਜ਼ ਕਰਿਆ ਜਾਂਦਾ। ਨੈਕਸਟ ਹੈ ਟ੍ਰੀਟਮੈਂਟ। ਟ੍ਰੀਟਮੈਂਟ ਵਿੱਚ ਇੱਕ ਤਾਂ ਸਰਜਰੀ ਆ ਗਈ, ਜੋ ਪਾਰਟਿਕੂਲਰ ਟਿਊਮਰ ਟਿਸ਼ੂ ਉਸ ਨੂੰ ਰਿਮੂਵ ਕਰ ਦੇਣਾ ਬੋਡੀ ਦੇ ਵਿੱਚੋਂ, ਉਹ ਤਾਂ ਸਰਜਰੀ ਦਾ ਪਾਰਟ। ਪਾਰਟਿਕੂਲਰ ਜਿਹੜਾ ਇਨਫੈਕਟਡ ਟਿਸ਼ੂ ਹੈ ਉਸ ਨੂੰ ਰਿਮੂਵ ਕਰ ਦੋ, ਉਹ ਹੈ ਆਪਣੇ ਕੋਲ ਕੈਂਸਰ ਦਾ ਟ੍ਰੀਟਮੈਂਟ। ਸੈਕਿੰਡ ਹੈ ਰੇਡੀਓਥੈਰੇਪੀ। ਰੇਡੀਓਥੈਰੇਪੀ ਦੇ ਵਿੱਚ ਆਪਾਂ ਕੀ ਕਰਦੇ ਹਾਂ? ਕੋਬਾਲਟ 60 ਯੂਜ਼ ਕਰਦੇ ਹਾਂ ਰੇਡੀਓਥੈਰੇਪੀ ਦੇ ਵਿੱਚ। ਕੋਬਾਲਟ 60 ਯਾਦ ਰੱਖ ਲੈਣਾ ਕਿ ਕੈਂਸਰ ਦੀ ਜਿਹੜੀ ਹੈ ਰੇਡੀਓਥੈਰੇਪੀ ਲਈ ਕਿਹੜੇ ਵਾਲਾ ਯੂਜ਼ ਕਰਿਆ ਜਾਂਦਾ? ਕੋਬਾਲਟ 60 ਇੰਪੋਰਟੈਂਟ ਹੈ। ਕੋਬਾਲਟ 60 ਐਕਸ-ਰੇ ਰੇਡੀਏਸ਼ਨ ਆਰ ਗਿਵਨ, ਜਿਹੜੇ ਟਿਸ਼ੂ ਹੋਣਗੇ ਪਾਰਟਿਕੂਲਰ ਤੋਂ ਉੱਥੇ ਆਪਾਂ ਕੀ ਕਰਦੇ ਹਾਂ? ਇਹ ਵਾਲੇ ਥੈਰੇਪੀਜ਼ ਦਿੰਦੇ ਆ ਰੇਡੀਓ ਤੋਂ ਹੀ, ਜਾਂ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਦੀ ਹੀਟ ਦੇਣੀ ਆਪਾਂ ਉੱਤੇ ਰੇਡੀਓਥੈਰੇਪੀ ਕਰਨਾ। ਵੇਵਸ ਨੂੰ ਆਪਾਂ ਪਾਰਟਿਕੂਲਰ ਟਿਊਮਰ ਸੈੱਲ ਨੂੰ ਡਿਸਟਰੋਏ ਕਰਨ ਲਈ ਆਪਾਂ ਯੂਜ਼ ਕਰਦੇ ਹਾਂ। ਰੈਪਿਡਲੀ ਡਿਵਾਈਡਿੰਗ ਟਿਊਮਰ ਸੈੱਲ ਆਰ ਡਿਸਟਰੋਇਡ ਬਾਈ ਲਿਮਿਟਿੰਗ ਯੂਜ਼ ਆਫ ਰੇਡੀਏਸ਼ਨ। ਰੇਡੀਏਸ਼ਨ ਦੇ ਜ਼ਰੀਏ ਟਿਊਮਰ ਸੈੱਲ ਨੂੰ ਖਤਮ ਕਰਨਾ। ਕੋਬਾਲਟ 60 ਐਂਡ ਐਕਸ-ਰੇ ਰੇਡੀਏਸ਼ਨ ਯੂਜ਼ ਕਰਦੇ ਹਾਂ। ਨੈਕਸਟ ਕੀਮੋਥੈਰੇਪੀ। ਕੀਮੋਥੈਰੇਪੀ ਇਹ ਕੀ ਕਰੇਗਾ? DNA ਸਿੰਥੇਸਿਸ ਨੂੰ ਸਟਾਪ ਕਰਨ ਲਈ ਵਰਤਿਆ ਜਾਂਦਾ। ਤਾਂ ਇਸ ਦੇ ਵਿੱਚ ਕੁਝ ਮੈਡੀਸਿਨਸ ਹੈਗੀਆਂ। DNA ਦੇਖੋ
ਜੇ ਡੀਐਨਏ ਹੀ ਨਹੀਂ ਫਾਰਮ ਹੋਏਗਾ, ਡੀਐਨਏ ਇੱਥੇ ਸਿੰਥੇਸਿਸ ਨਹੀਂ ਹੋਏਗੀ ਤਾਂ ਸੈੱਲ ਡਿਵੀਜ਼ਨ ਕੀ ਹੋ ਪਾਏਗੀ? ਸੈੱਲ ਡਿਵੀਜ਼ਨ ਹੀ ਨਹੀਂ ਹੋਏਗੀ, ਕਿਉਂਕਿ ਇਸ ਤੋਂ ਪਹਿਲਾਂ ਡੀਐਨਏ ਹੀ ਆਪਾਂ ਨੂੰ ਚਾਹੀਦਾ। ਅਗਰ ਡੀਐਨਏ ਸਿੰਥੇਸਿਸ ਰੋਕ ਦਿੱਤੀ ਤਾਂ ਆਪਣਾ ਸੈੱਲ ਡਿਵਾਈਡ ਨਹੀਂ ਕਰੇਗਾ। ਤਾਂ ਇਨਹਿਬਿਟ ਦੀ ਡੀਐਨਏ ਸਿੰਥੇਸਿਸ ਸਟਾਪਿੰਗ ਸੈੱਲ ਸਾਈਕਲ ਆਫ ਦੀ ਕੈਂਸਰਸ ਸੈੱਲ, ਤੇ ਇਸ ਲਈ ਮੈਡੀਸਿਨਸ ਦੇ ਰੱਖੀਆਂ। ਵਿੰਸਰ ਰੋਜ਼ਾ, ਵਿਨਕਰ ਰੋਜ਼ਾ ਇੱਕ ਤਰ੍ਹਾਂ ਦੇ ਰੱਖੀ ਆਪਣੇ ਕੋਲ, ਇੱਥੋਂ ਦੇਖੋ ਤੁਸੀਂ, ਟੈਗਜ਼ੋਲ obtained from ਟੌਕਸਸ ਬੈਕਾਟਾ, ਇਹ ਨਾਮ ਦੇ ਰੱਖੇ ਇੱਕ ਤਰ੍ਹਾਂ ਦੇ ਵੀਡ ਆ ਵੀ ਵੀਡ ਹੈਗੇ ਆ, ਵੀਡ ਤੋਂ ਹੀ ਇਹ ਵਾਲੀ ਚੀਜ਼ਾਂ ਨੂੰ obtain ਕਰਿਆ ਜਾ ਰਿਹਾ ਜਿਹੜੀ ਕੀਮੋਥੈਰੇਪੀ ਦੇ ਰਹੇ ਆ। ਔਰ ਇਸ ਦਾ ਇੱਕ ਲੋਸ ਇਹ ਵੀ ਹੁੰਦਾ ਕਿ ਇਸ ਦੇ ਵਿੱਚ ਲੋਸ ਹੇਅਰ ਅਨੀਮੀਆ, ਖੂਨ ਦੀ ਕਮੀ ਆ ਜਾਂਦੀ ਆ, ਹੇਅਰ ਫਾਲ ਹੋ ਜਾਂਦੇ ਆ। ਤਾਂ ਹੋਰ ਵੀ ਬਹੁਤ ਸਾਰੇ ਮੈਨੀ ਐਂਟੀ ਕੈਂਸਰੇਸਿਸ ਡਰਗ ਜਿਹੜੇ ਹੈਗੇ ਆ ਆਪਾਂ ਜਦੋਂ ਦਿੰਦੇ ਕੀਮੋਥੈਰੇਪੀ ਦੇ ਵਿੱਚ, ਤਾਂ ਉਸਦੇ ਕਰੈਕਟਰ ਜਿਹੜੇ ਹੈਗੇ ਆ ਕਿ ਵਾਲ ਝੜ ਜਾਂਦੇ ਆ, ਅਨੀਮੀਆ ਹੋ ਜਾਂਦਾ, ਖੂਨ ਦੀ ਕਮੀ ਹੋ ਜਾਂਦੀ ਹੈ, ਤੇ ਸਾਰੇ ਆਪਾਂ ਦੇਖਦੇ ਹਾਂ ਕੀਮੋਥੈਰੇਪੀ ਦੇ ਵਿੱਚ। ਨੈਕਸਟ ਹੈ ਇਮਿਊਨੋਥੈਰੇਪੀ, ਮੋਨੋਕਲੋਨਲ ਐਂਟੀਬੋਡੀਜ਼ ਐਂਡ ਵੈਕਸੀਨ ਦਿੱਤੇ ਜਾਂਦੇ ਹੈਗੇ, ਤੇ ਜਿਸ ਨੂੰ ਆਪਾਂ ਇਮਿਊਨੋਥੈਰੇਪੀ ਕਹਿੰਦੇ ਹਾਂ। ਤਾਂ ਇਸ ਦੇ ਨਾਲ ਆਪਣਾ ਇਹ ਚੈਪਟਰ ਕੰਪਲੀਟ ਹੈ। ਨੈਕਸਟ ਆਪਾਂ ਨੈਕਸਟ ਚੈਪਟਰ ਦੀ ਵੀਡੀਓ ਬਣਾਵਾਂਗੇ। ਅੱਜ ਲਈ ਇੰਨਾ ਹੀ।